ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 31 ਮਾਰਚ ਹੈ। ਮਾਰਚ ਮਹੀਨੇ ਦਾ ਆਖਰੀ ਦਿਨ ਹੈ ਤੇ ਕੱਲ ਨੂੰ 1 ਅਪ੍ਰੈਲ ਚੜ੍ਹ ਜਾਊਗਾ। ਦਿਨ ਅੱਜ ਬੁੱਧਵਾਰ ਹੈ। ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚ ਕੈਦੀਆਂ ਦੀ ਮਾਫੀ ਬਾਰੇ ਨਵੀਂ ਤਜਵੀਜ਼ ਤੇ ਚਰਚਾ ਹੋ ਸਕਦੀ ਹੈ ਤੇ ਗਊਸ਼ਾਲਾਵਾਂ ਨੇ ਜਿਹੜੀਆਂ ਸੂਬੇ ਦੀਆਂ ਉਹ ਵੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਹੈ ਉਹ ਕੈਬਨਿਟ ਦੇ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਮੰਤਰੀ ਮੰਡਲ ਦੀ ਅੱਜ ਹੋਣ ਵਾਲੀ ਮੀਟਿੰਗ ਵਿੱਚ ਇਸ ਨਵੀਂ ਯੋਜਨਾ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਹੁਣ ਲਾਵਾਰਿਸ ਗਊਆਂ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਗਊਸ਼ਾਲਾਵਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਹੈ। ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਗਊਸ਼ਾਲਾਵਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਵਾਸਤੇ ਜ਼ਮੀਨਾਂ ਪੰਚਾਇਤਾਂ ਦੇ ਵੱਲੋਂ ਦਿੱਤੀਆਂ ਗਈਆਂ ਸੀ ਤੇ ਫੰਡ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ। ਪੰਜਾਬ ਸਰਕਾਰ ਵੱਲੋਂ 2014 ਤੋਂ ਹੁਣ ਤੱਕ ਇਹਨਾਂ ਗਊਸ਼ਾਲਾਵਾਂ ਵਿੱਚ ਗਊਆਂ ਦੀ ਸੰਭਾਲ ਤੇ 43 ਕਰੋੜ ਤੋਂ ਵੱਧ ਰੁਪਏ ਖਰਚੇ ਜਾ ਚੁੱਕੇ ਨੇ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜੀ ਝੜਪ ਹੋਈ ਹੈ ਪੁਲਿਸ ਅਤੇ ਸੰਗਤ ਦੇ ਵਿਚਾਲੇ, ਉਸ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਕਈ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸੈਂਕੜੇ ਲੋਕਾਂ ਖਿਲਾਫ ਕੇਸ ਦਰਜ ਕਰ ਲਏ ਨੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਝੜਪ ਦੇ ਵਿੱਚ ਸੰਗਤ ਨੇ ਪੁਲਿਸ ਤੇ ਹਮਲਾ ਕੀਤਾ, ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਅਤੇ ਕਈ ਵਾਹਨ ਵੀ ਨੁਕਸਾਨੇ ਗਏ ਨੇ। ਦਰਅਸਲ ਕਰੋਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹੋਲਾ ਮਹੱਲਾ ਮੌਕੇ ਨਗਰ ਕੀਰਤਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੰਜਾਬ ਦੇ ਵਿੱਚ ਕਰੋਨਾ ਪਾਬੰਦੀਆਂ ਕੈਪਟਨ ਸਾਹਿਬ ਨੇ 10 ਅਪ੍ਰੈਲ ਤੱਕ ਵਧਾ ਦਿੱਤੀਆਂ ਨੇ, ਨਹੀਂ ਤਾਂ ਅੱਜ ਤੱਕ ਇਹ ਪਾਬੰਦੀਆਂ ਖਤਮ ਹੋ ਜਾਣੀਆਂ ਸੀ। ਪਰ 10 ਅਪ੍ਰੈਲ ਤੱਕ ਸੂਬੇ ਦੇ ਸਾਰੇ ਵਿਦਿਅਕ ਅਦਾਰੇ ਵੀ ਬੰਦ ਰਹਿਣਗੇ ਅਤੇ ਜਿਹੜੀਆਂ ਹੋਰ ਰੋਕਾਂ ਲਾਈਆਂ ਗਈਆਂ ਨੇ ਉਹ ਵੀ ਜਾਰੀ ਰਹਿਣਗੀਆਂ। ਕੇਂਦਰੀ ਸਿਹਤ ਸਕੱਤਰ ਨੇ ਪੰਜਾਬ ਦੀ ਝਾੜ ਝੰਪ ਕੀਤੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਮੁਲਕ ਵਿੱਚ ਕਰੋਨਾ ਵਾਇਰਸ ਦੇ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ ਤੇ ਖਾਸ ਕਰਕੇ ਕੁਝ ਸੂਬਿਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪ੍ਰੈਸ ਕਾਨਫਰੰਸ ਕਰਕੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭਵਨ ਨੇ ਕਿਹਾ ਕਿ ਮੁਲਕ ਦੇ ਵਿੱਚ ਕੋਵਿਡ ਦੇ ਕੇਸ ਨੇ ਜਿਹੜੇ ਉਹ ਸਭ ਤੋਂ ਵੱਧ ਮਹਾਰਾਸ਼ਟਰ ਜ਼ਿਲ੍ਹੇ ਦੇ ਵਿੱਚ ਹਨ। ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ 10 ਜ਼ਿਲ੍ਹਿਆਂ ਦੇ ਵਿੱਚ ਪੁਣੇ, ਮੁੰਬਈ, ਨਾਗਪੁਰ, ਥਾਣੇ, ਨਾਸਿਕ, ਔਰੰਗਾਬਾਦ, ਬੰਗਲੁਰੂ, ਨਾਂਦੇੜ, ਦਿੱਲੀ ਤੇ ਅਹਿਮਦਾਬਾਦ ਸ਼ਾਮਿਲ ਨੇ। ਪ੍ਰੈਸ ਕਾਨਫਰੰਸ ਦੌਰਾਨ ਰਾਜੇਸ਼ ਭਵਨ ਨੇ ਪੰਜਾਬ ਦੀ ਝਾੜ ਝੰਪ ਇਸ ਕਰਕੇ ਕੀਤੀ ਹੈ ਕਿ ਪੰਜਾਬ ਨੇ ਨਾ ਤਾਂ ਕਦੇ ਪੂਰੀ ਗਿਣਤੀ ਦੇ ਵਿੱਚ ਟੈਸਟ ਹੀ ਕਰਵਾਏ ਨੇ ਤੇ ਨਾ ਹੀ ਕੋਵਿਡ-19 ਪੋਜ਼ਿਟਿਵ ਕੇਸਾਂ ਨੂੰ ਤੁਰੰਤ ਵੱਖਰਾ ਕਰਨ ਦੇ ਵਿੱਚ ਪੰਜਾਬ ਸਫਲ ਰਿਹਾ ਹੈ। ਸੋ ਹੁਣ ਪੰਜਾਬ ਨੂੰ ਜੋ ਇਹ ਸੁਨੇਹਾ ਆਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਝਾੜ ਝੰਪ ਵਾਲਾ, ਇਸ ਤੇ ਪੰਜਾਬ ਕੀ ਅਸਰ ਕਰਦਾ ਹੈ ਇਹ ਦੇਖਣਾ ਵੀ ਕਾਫੀ ਅਹਿਮ ਰਹੇਗਾ। ਮਲੋਟ ਵਿੱਚ ਬੀਜੇਪੀ ਵਿਧਾਇਕ ਦੀ ਖਿੱਚਤੂ ਦੇ ਮਾਮਲੇ ਦੇ ਵਿੱਚ ਹਰਿਆਣਾ 'ਚ ਬੀਜੇਪੀ ਤੇ ਕਿਸਾਨ ਆਮੋ ਸਾਹਮਣੇ ਹੋ ਗਏ। ਹਰਿਆਣਾ ਦੇ ਵਿੱਚ ਕੱਲ ਪੰਜਾਬ ਦੇ ਬੀਜੇਪੀ ਲੀਡਰਾਂ ਤੇ ਹਰਿਆਣਾ ਦੇ ਬੀਜੇਪੀ ਲੀਡਰਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿਸਾਨ ਵੀ ਉੱਥੇ ਪਹੁੰਚ ਗਏ। ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਤੇ ਕਿਸਾਨਾਂ ਨੇ ਬੀਜੇਪੀ ਦਾ ਵਿਰੋਧ ਕੀਤਾ। ਕੀ ਪੂਰਾ ਮਾਹੌਲ ਬਣਿਆ, ਸਾਰੀ ਖਬਰ ਤੁਹਾਨੂੰ ਦੱਸਾਂਗੇ। ਇਸ ਦਰਮਿਆਨ ਗੁਰਨਾਮ ਸਿੰਘ ਚੜੂਨੀ ਕਿਸਾਨ ਲੀਡਰ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕਰ ਰਹੇ ਨੇ ਕਿ ਬੀਜੇਪੀ ਦਾ ਵਿਰੋਧ ਨਾ ਕਰੋ। ਕਿਉਂ ਕਰ ਰਹੇ ਨੇ ਇਹ ਵੀ ਪੂਰੀ ਖਬਰ ਤੁਹਾਨੂੰ ਦੱਸਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 912 ਕਰੋੜ ਰੁਪਏ ਦਾ ਬਜਟ ਪਾਸ ਕਰ ਦਿੱਤਾ ਹੈ। 40 ਕਰੋੜ ਦੇ ਘਾਟੇ ਵਾਲਾ ਇਹ ਬਜਟ ਪਾਸ ਕੀਤਾ ਹੈ। ਇਸ ਦਰਮਿਆਨ ਬੀਬੀ ਜਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦਿੱਲੀ ਦੀ ਇੱਕ ਸ਼ਰਧਾਲੂ ਨੇ 9 ਕਰੋੜ ਰੁਪਏ ਹਰਿਮੰਦਰ ਸਾਹਿਬ ਦੀ ਗੋਲਕ ਲਈ ਦਾਨ ਕੀਤੇ ਨੇ। ਪੰਜਾਬ ਦੇ ਵਿੱਚ ਨੌਜਵਾਨ ਗਾਇਕ ਦਿਲਜਾਨ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਕੱਲ ਜਾਨ ਚਲੀ ਗਈ। ਖੇਤੀ ਕਾਨੂੰਨਾਂ ਦੇ ਮੁੱਦੇ ਦੀਆਂ ਖਬਰਾਂ ਦੱਸ ਦਈਏ ਤਾਂ ਜਿਹੜੀ ਸੁਪਰੀਮ ਕੋਰਟ ਨੇ 3 ਮੈਂਬਰੀ ਕਮੇਟੀ ਬਣਾਈ ਸੀ, ਉਸ ਕਮੇਟੀ ਨੇ ਸੁਪਰੀਮ ਕੋਰਟ ਨੂੰ ਕਹਿੰਦੇ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਨੇ ਕੁੱਲ 23 ਮੀਟਿੰਗਾਂ ਕੀਤੀਆਂ, ਉਸ ਤੋਂ ਬਾਅਦ ਇਹ ਰਿਪੋਰਟ ਦਿੱਤੀ ਹੈ ਖੇਤੀ ਕਾਨੂੰਨਾਂ ਦੇ ਉੱਤੇ। ਹੁਣ ਇਸ ਰਿਪੋਰਟ ਦੇ ਵਿੱਚ ਹੈ ਕਿ ਨਿਕਲੂਗਾ ਕਿ ਸੁਪਰੀਮ ਕੋਰਟ ਕੀ ਹੁਕਮ ਕਰੇਗਾ, ਕਿਸਾਨ ਉਸ ਨੂੰ ਮੰਨਣਗੇ ਨਹੀਂ ਮੰਨਣਗੇ, ਕਾਫੀ ਸਾਰੇ ਸਵਾਲ ਨੇ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦੇ ਨੇ। ਪਟਿਆਲਾ ਦੇ ਵਿੱਚ ਚੌਂਕ ਤੇ ਖੜ ਕੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਵਾਲੇ ਬੇਕਸੂਰ ਲੋਕਾਂ ਦੇ ਉੱਤੇ ਬੇਕਾਬੂ ਹੋ ਕੇ ਗੱਡੀ ਚੜਾ ਦਿੱਤੀ ਇੱਕ ਸਿਰਫਿਰੇ ਨੇ, ਜਿਸ ਦੇ ਵਿੱਚ ਇੱਕ ਬੱਚੇ ਦੀ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਜ਼ਖਮੀ ਹੋ ਗਏ ਨੇ। ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ ਹੈ, ਗਰਭਵਤੀ ਔਰਤ ਵੀ ਸ਼ਾਮਲ ਸੀ। ਸਾਰੇ ਤੜਫ ਰਹੇ ਨੇ ਹਸਪਤਾਲਾਂ ਦੇ ਵਿੱਚ ਪਏ ਹੋਏ। ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਇਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੇ ਕਤਲ ਕੀਤਾ ਹੈ, ਜਿਸ ਨੇ ਕਿੰਨੇ ਲੋਕਾਂ ਨੂੰ ਦਰੜ ਦਿੱਤਾ ਹੈ। ਆਖਿਰਕਾਰ ਕਿਹੜੀ ਸਰਕਾਰ ਤੇ ਕਿਉਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਿਹੜੇ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ, ਕੌਣ ਇਹ ਵਿਅਕਤੀ ਹੈ, ਇਸ ਦੀ ਅਸੀਂ ਅੱਜ ਸਾਰੀ ਰਿਪੋਰਟ ਦੇਵਾਂਗੇ ਕਿਉਂਕਿ ਬਿਲਕੁਲ ਹੀ ਬੇਕਸੂਰ ਲੋਕਾਂ ਦੇ ਉੱਤੇ ਇਹ ਵੱਡਾ ਜਿਹੜਾ ਜ਼ੁਲਮ ਕੀਤਾ ਗਿਆ ਹੈ ਤੇ ਜੇ ਜ਼ੁਲਮ ਕਰਨ ਵਾਲੇ ਨੂੰ ਸਰਕਾਰਾਂ ਹੀ ਬਚਾਉਣ ਤਾਂ ਇਸ ਤੋਂ ਵੱਡੀ ਤਰਾਸਦੀ ਇਸ ਸੂਬੇ ਦੀ ਹੋਰ ਕੀ ਹੋ ਸਕਦੀ ਹੈ।
ਕੀਰਤਪੁਰ ਸਾਹਿਬ ਵਿਖੇ ਵੀ ਬ੍ਰੇਕ ਫੇਲ ਹੋਣ ਕਾਰਨ ਟਰੱਕ ਪਲਟ ਗਿਆ। ਹੋਲੇ ਮਹੱਲੇ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦਾ, ਜਿਸ ਦੇ ਵਿੱਚ 8 ਜਣੇ ਜ਼ਖਮੀ ਹੋ ਗਏ। ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਹੈ। ਸਿੱਖ ਸੰਸਥਾ ਹੈ ਚੀਫ ਖਾਲਸਾ ਦੀਵਾਨ, ਉਸ ਦੇ ਮੈਂਬਰਾਂ ਦੇ ਗੈਰ ਅੰਮ੍ਰਿਤਧਾਰੀ ਹੋਣ ਬਾਰੇ ਜਿਹੜੇ ਚੱਲ ਰਹੇ ਸ਼ੰਕੇ ਨੇ, ਉਸ ਮਸਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਸਮੇਤ ਅਹੁਦੇਦਾਰਾਂ ਨੂੰ 31 ਮਾਰਚ ਯਾਨੀ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਹੈ, ਕਿਉਂਕਿ ਅੱਜ ਸਿੰਘ ਸਾਹਿਬਾਨਾਂ ਦੀ ਇੱਕ ਅਹਿਮ ਬੈਠਕ ਹੈ ਜਿਹੜੀ ਉਹ ਹੋਣ ਜਾ ਰਹੀ ਹੈ। ਇਸ ਇਕੱਤਰਤਾ ਦੇ ਵਿੱਚ ਪੰਜ ਸਿੰਘ ਸਾਹਿਬਾਨ ਸ਼ਾਮਿਲ ਹੋਣਗੇ। ਕਿਹੜੇ ਮਸਲੇ ਜਿਹੜੇ ਵਿਚਾਰੇ ਜਾਣਗੇ ਉਹ ਹਾਲੇ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ, ਪਰ ਇਸ ਖਬਰ ਤੇ ਵੀ ਆਪਾਂ ਅੱਜ ਨਜ਼ਰ ਬਣਾ ਕੇ ਰੱਖਾਂਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀਆਂ ਅਹਿਮ ਖਬਰਾਂ ਦੀ, ਤੇ ਪੰਜਾਬ ਦੀਆਂ ਖਬਰਾਂ ਦੱਸਣ ਤੋਂ ਪਹਿਲਾਂ ਇੱਕ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਯਾਨੀ ਕਿ ਮਹਾਰਾਸ਼ਟਰ ਦੀ ਇੱਕ ਖਬਰ ਦੱਸ ਦਿੰਦੇ ਆ, ਜਿਹੜੀ ਕਿ ਪੰਜਾਬ ਦੇ ਲੋਕਾਂ ਨਾਲ ਵੀ ਤਾਲੁਕਾਤ ਰੱਖਦੀ ਹੈ, ਕਿਉਂਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਲ ਜੁੜੀ ਹੋਈ ਖਬਰ ਹੈ। ਹੋਲਾ ਮਹੱਲਾ ਵਾਲੇ ਦਿਨ ਸਿੱਖਾਂ ਨੂੰ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਿੱਖਾਂ ਦੇ ਵਿਚਾਲੇ ਝੜਪ ਹੋ ਗਈ ਤੇ ਸਿੱਖ ਨੌਜਵਾਨਾਂ ਨੇ ਬੈਰੀਕੇਡ ਤੋੜ ਕੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ। ਇਹ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਦਾਅਵਾ ਕੀਤਾ ਕਿ 4 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ। ਵੀਡੀਓ ਹੈ ਜਿਹੜਾ ਉਹ ਵਾਇਰਲ ਹੋਇਆ, ਉਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵੱਡੇ ਦਰਵਾਜ਼ੇ ਦੇ ਬਾਹਰ ਲਾਏ ਬੈਰੀਕੇਡ ਨੇ ਜਿਹੜੇ ਉਹ ਸੰਗਤਾਂ ਨੇ ਤੋੜ ਦਿੱਤੇ ਤੇ ਪੁਲਿਸ ਵਾਲਿਆਂ ਨੂੰ ਭਜਾ ਦਿੱਤਾ। ਪੁਲਿਸ ਜਿਹੜੀ ਉੱਥੇ ਬਾਹਰ ਤੈਨਾਤ ਸੀ ਉਹ ਸੰਗਤ ਦਾ ਮੁਕਾਬਲਾ ਕਰਨ ਤੋਂ ਬਿਹਤਰ ਭੱਜਣ ਦੇ ਵਿੱਚ ਉਸਨੇ ਦਿਲਚਸਪੀ ਦਿਖਾਈ ਤੇ ਭੱਜਦੀ ਹੋਈ ਦਿਖੀ ਪੁਲਿਸ। ਸੋ ਦੋਵਾਂ ਧਿਰਾਂ ਦੇ ਵਿਚਾਲੇ ਜਿਹੜਾ ਕਹਿ ਨਹੀਂ ਸਕਦੇ ਕਿ ਜ਼ਿਆਦਾ ਕਲੈਸ਼ ਹੋਇਆ ਹੈ, ਕਿਉਂਕਿ ਪੁਲਿਸ ਪਹਿਲਾਂ ਹੀ ਸੰਗਤ ਨੂੰ ਦੇਖ ਕੇ ਭੱਜ ਗਈ ਤੇ ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਸਿੱਖਾਂ ਨੇ ਪੁਲਿਸ ਨੂੰ ਕੁੱਟਿਆ ਹੈ ਤੇ ਉਹਨਾਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ, 14 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ 64 ਵਿਅਕਤੀਆਂ ਦੇ ਖਿਲਾਫ ਨਾਂਦੇੜ ਜ਼ਿਲ੍ਹੇ ਦੇ ਵਜ਼ੀਰਾਬਾਦ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਸਭ ਕੁਝ ਹੋਇਆ ਕਿਉਂ, ਇਸ ਬਾਰੇ ਨਾਂਦੇੜ ਡੀਐਸਪੀ ਪ੍ਰਮੋਦ ਕੁਮਾਰ ਸ਼ਿਵਾਲੇ ਨੇ ਜਾਣਕਾਰੀ ਦਿੱਤੀ ਕਿ ਸਿੱਖ ਸ਼ਰਧਾਲੂ ਹੋਲਾ ਮਹੱਲਾ ਮੌਕੇ ਹੱਲਾ ਬੋਲ ਦੀ ਜਿਹੜੀ ਸਾਲਾਨਾ ਯਾਤਰਾ ਉਹ ਕੱਢਣਾ ਚਾਹੁੰਦੇ ਸੀ। ਕਰੋਨਾ ਵਾਇਰਸ ਕਰਕੇ ਪ੍ਰਸ਼ਾਸਨ ਨੇ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਸੀ, ਜਿਸ ਕਾਰਨ ਇਹ ਜਿਹੜੀ ਝੜਪ ਹੋਈ ਹੈ, ਕਿਉਂਕਿ ਪੁਲਿਸ ਨੇ ਇਹਨਾਂ ਸਿੱਖ ਸ਼ਰਧਾਲੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਕਿ ਸਿੱਖ ਸੰਗਤ ਨੇ ਜ਼ਿਆਦਾ ਜ਼ੋਰ ਦਿੱਤਾ ਤਾਂ ਤੈਅ ਹੋਇਆ ਕਿ ਯਾਤਰਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕੱਢੀ ਜਾਊਗੀ, ਬਟ ਫਿਰ ਵੀ ਕੁਝ ਜਿਹੜੇ ਸਿੱਖ ਹੈਗੇ ਨੇ, ਸਿੱਖ ਸੰਗਤ ਹੈ ਵੱਡੀ ਗਿਣਤੀ ਦੇ ਵਿੱਚ, ਉਹ ਨਾਰਾਜ਼ ਸੀ, ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਸੀ। ਉਹਨਾਂ ਦਾ ਇੱਕੋ ਇੱਕ ਕਹਿਣਾ ਸੀ ਕਿ ਜਿਵੇਂ ਹਰ ਸਾਲ ਯਾਤਰਾ ਬਾਹਰ ਕੱਢੀ ਜਾਂਦੀ ਹੈ ਉਸੇ ਤਰ੍ਹਾਂ ਹੀ ਕੱਢੀ ਜਾਏਗੀ ਤੇ ਉਹਨਾਂ ਦੇ ਆਪਸ ਦੇ ਵਿੱਚ ਹੀ ਕਹਿੰਦੇ ਮਤਭੇਦ ਹੋ ਗਏ। ਇਹ ਐਸਪੀ ਦਾ ਕਹਿਣਾ ਹੈ। ਕਹਿੰਦੇ ਫਿਰ ਕੁਝ ਸਿੱਖ ਸ਼ਰਧਾਲੂਆਂ ਨੇ ਗੇਟ ਤੋੜ ਕੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ, ਜਿਹਦੇ ਵਿੱਚ 4 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਕੇਸ ਵੀ ਦਰਜ ਕਰ ਲਏ ਗਏ ਨੇ। ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ 4 ਗੇਟ ਬੰਦ ਸਨ। ਸੰਗਤ ਵਿੱਚ ਕੁਝ ਨੌਜਵਾਨਾਂ ਦੇ ਵਿੱਚ ਰੋਸ ਸੀ ਕਿ ਮਰਿਆਦਾ ਦੇ ਹਿਸਾਬ ਨਾਲ ਹੀ ਹੋਲਾ ਮਹੱਲਾ ਕੱਢਿਆ ਜਾਣਾ ਚਾਹੀਦਾ। ਇਸ ਤੋਂ ਬਾਅਦ ਮਾਹੌਲ ਥੋੜਾ ਗਰਮ ਹੋ ਗਿਆ। ਹਾਲਾਂਕਿ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਸੀ ਕਿ ਯਾਤਰਾ ਅੰਦਰ ਹੀ ਹੋਏਗੀ, ਬਾਹਰ ਨਹੀਂ ਆਪਾਂ ਜਾਵਾਂਗੇ, ਪਰ ਸੰਗਤ ਨੇ ਕਿਹਾ ਕਿ ਜਿਵੇਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਕੱਢਿਆ ਜਾਂਦਾ ਹੈ ਉਵੇਂ ਹੀ ਇੱਥੇ ਕੱਢਿਆ ਜਾਣਾ ਚਾਹੀਦਾ ਹੈ। ਫਿਲਹਾਲ ਮਾਹੌਲ ਉੱਥੇ ਸ਼ਾਂਤ ਦੱਸਿਆ ਜਾ ਰਿਹਾ ਹੈ। ਪੰਜਾਬ ਦੀਆਂ ਖਬਰਾਂ 'ਚ ਸਭ ਤੋਂ ਵੱਡੀ ਖਬਰ ਹੈ ਕਿ ਕੈਪਟਨ ਸਰਕਾਰ ਨੇ ਕਰੋਨਾ ਦੀਆਂ ਪਾਬੰਦੀਆਂ ਨੂੰ 10 ਅਪ੍ਰੈਲ ਤੱਕ ਵਧਾ ਦਿੱਤਾ ਹੈ। ਭੀੜ ਭੜੱਕੇ ਵਾਲੀਆਂ ਥਾਵਾਂ ਤੇ ਮੋਬਾਈਲ ਟੀਕਾਕਰਨ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਇਹ ਪਾਬੰਦੀਆਂ 31 ਮਾਰਚ ਤੱਕ ਸਨ, ਯਾਨੀ ਕਿ ਬੁੱਧਵਾਰ ਨੂੰ ਖਤਮ ਹੋਣੀਆਂ ਸੀ, ਪਰ ਹੁਣ ਇਹ 10 ਅਪ੍ਰੈਲ ਤੱਕ ਵਧਾ ਦਿੱਤੀਆਂ ਗਈਆਂ ਨੇ। ਯਾਨੀ ਕਿ ਹੁਣ 10 ਅਪ੍ਰੈਲ ਤੱਕ ਸੂਬੇ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਸਾਰੇ ਵਿਦਿਅਕ ਅਦਾਰੇ ਨੇ ਜਿਹੜੇ ਉਹ ਬੰਦ ਰਹਿਣਗੇ। ਕੈਪਟਨ ਸਰਕਾਰ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਤੇ ਵੱਡੀ ਕਰਨ ਦਾ ਹੁਕਮ ਦਿੱਤਾ ਹੈ। ਮੁੱਖ ਸਕੱਤਰ ਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਹਾਲਾਤ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਠਕ ਕੀਤੀ ਤੇ ਕਿਹਾ ਕਿ ਪਾਬੰਦੀਆਂ ਹੁਣ 10 ਅਪ੍ਰੈਲ ਤੱਕ ਲਾਗੂ ਰਹਿਣਗੀਆਂ ਤੇ ਉਹਨਾਂ ਨੇ ਸਾਰੇ ਡੀਸੀਜ਼ ਤੇ ਸਿਵਲ ਸਰਜਨਾਂ ਨੂੰ ਟੀਕਾਕਰਨ ਦੀ ਮੁਹਿੰਮ 'ਚ ਹੋਰ ਤੇਜ਼ੀ ਲਿਆਉਣ ਲਈ ਅਜਿਹੀਆਂ ਥਾਵਾਂ ਦੀ ਸ਼ਨਾਖਤ ਕਰਨ ਦੇ ਲਈ ਕਿਹਾ ਹੈ ਜਿੱਥੇ ਮੋਬਾਈਲ ਕੋਵਿਡ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਜਾ ਸਕਦੇ ਨੇ, ਜਿਵੇਂ ਕਿ ਪੁਲਿਸ ਲਾਈਨਸ, ਕਾਲਜ ਤੇ ਯੂਨੀਵਰਸਿਟੀਆਂ, ਵੱਡੇ ਉਦਯੋਗਿਕ ਯੂਨਿਟ, ਬੱਸ ਅੱਡੇ, ਰੇਲਵੇ ਸਟੇਸ਼ਨ, PRTC, ਪੰਜਾਬ ਰੋਡਵੇਜ਼ ਬੱਸ ਡਿਪੂ ਤੇ ਬਾਜ਼ਾਰ। ਇਹਨਾਂ ਥਾਵਾਂ ਤੇ ਟੀਕਾਕਰਨ ਹੁਣ
ਹੋ ਸਕਦਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਓਪਨ ਜੇਲ੍ਹ ਦੇ ਵਿੱਚ 40 ਔਰਤਾਂ ਦੇ ਕੋਵਿਡ ਪੋਜ਼ਿਟਿਵ ਪਾਏ ਜਾਣ ਨੂੰ ਦੇਖਦਿਆਂ ਜੇਲ੍ਹਾਂ ਵਿੱਚ ਵੀ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ। ਫਿਲਹਾਲ ਪਾਬੰਦੀਆਂ 10 ਅਪ੍ਰੈਲ ਤੱਕ ਵਧਾਈਆਂ ਗਈਆਂ ਨੇ। ਉਸ ਤੋਂ ਬਾਅਦ ਕੈਪਟਨ ਫਿਰ ਇਸ ਤੇ ਸਮੀਖਿਆ ਕਰਨਗੇ, ਯਾਨੀ ਕਿ ਹਾਲਾਤ ਦੇਖਣਗੇ ਕੀ ਬਣਦੇ ਨੇ। ਉਸ ਤੋਂ ਬਾਅਦ ਫਿਰ ਕੋਈ ਫੈਸਲਾ ਜਿਹੜਾ ਉਹ ਲਿਆ ਜਾਏਗਾ। ਇਸ ਬੈਠਕ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਤਾਜ਼ਾ ਅੰਕੜੇ ਦੱਸਦੇ ਨੇ ਕਿ ਵਾਇਰਸ ਦਾ ਯੂਕੇ ਸਟ੍ਰੇਨ ਸੂਬੇ ਦੇ ਵਿੱਚ ਸਭ ਤੋਂ ਵੱਧ ਪਾਇਆ ਜਾ ਰਿਹਾ ਹੈ, ਯਾਨੀ ਕਿ ਪੰਜਾਬ ਦੇ ਵਿੱਚ। ਤੇ ਵਾਇਰਸ ਦੇ ਪੱਧਰ ਦਾ ਪਤਾ ਲਾਉਣ ਦੀ ਸ਼ੁਰੂਆਤ ਵਿੱਚ NCDC ਨੂੰ ਭੇਜੇ 401 ਕੋਵਿਡ ਪੋਜ਼ਿਟਿਵ ਸੈਂਪਲਾਂ ਦੇ ਵਿੱਚੋਂ 326 ਕੇਸ ਯੂਕੇ ਵਾਇਰਸ ਦੇ ਪਾਏ ਗਏ। ਇਹ ਵੀ ਜਾਣਕਾਰੀ ਦਿੱਤੀ ਗਈ ਹੈ ਮੀਟਿੰਗ ਤੋਂ ਬਾਅਦ ਕਿ ਪੰਜਾਬ ਦੇ ਵਿੱਚ 6 ਅਪ੍ਰੈਲ 2021 ਨੂੰ ਜਿਹੜਾ ਕਰੋਨਾ ਵਾਇਰਸ ਦੇ ਕੇਸਾਂ ਦਾ ਸਿਖਰ ਹੋਵੇਗਾ। ਮਈ 2021 ਦੇ ਅੱਧ ਜਾਂ ਫਿਰ ਅਖੀਰ ਦੇ ਵਿੱਚ ਕੇਸਾਂ ਦੀ ਗਿਣਤੀ ਘਟਣ ਲੱਗੇਗੀ। ਇਹ ਵੀ ਦੱਸਿਆ ਗਿਆ ਕਿ ਜਲੰਧਰ, ਲੁਧਿਆਣਾ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਿੱਚ ਹੋਰ ਕੇਸ ਆਉਣ ਦੀ ਸੰਭਾਵਨਾ ਹੈ। ਇਹ ਵੀ ਸੰਭਾਵਨਾ ਹੈ ਕਿ 40 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਕਰੋਨਾ ਦੇ ਕੇਸ ਸਭ ਤੋਂ ਵੱਧ ਹੋਣਗੇ। ਸੋ ਇਹ ਜਿਹੜੀਆਂ ਤਰੀਕਾਂ ਦਿੱਤੀਆਂ ਜਾਂਦੀਆਂ ਨੇ ਕਿ ਇੰਨੀ ਤਰੀਕ ਨੂੰ ਸਿਖਰ ਹੋਏਗਾ, ਫਿਰ ਇੰਨੀ ਮਈ ਨੂੰ ਜਿਹੜਾ ਹੈਗਾ ਉਹ ਕੇਸਾਂ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਏਗੀ, ਇਹ ਸ਼ਹਿਰਾਂ ਦੇ ਵਿੱਚ ਜ਼ਿਆਦਾ ਕੇਸ ਆਉਣ ਦੀ ਸੰਭਾਵਨਾ। ਸੋ ਇਹ ਸਾਰੇ ਅੰਕੜੇ ਨੇ ਜਿਹੜੇ ਕਿਸ ਆਧਾਰ ਤੇ ਦਿੱਤੇ ਜਾਂਦੇ ਨੇ, ਕਿਵੇਂ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇੰਨੀ ਤਰੀਕ ਤੱਕ ਸਭ ਤੋਂ ਵੱਧ ਕਰੋਨਾ ਦੇ ਕੇਸ ਆਉਣਗੇ, ਫਿਰ ਘਟਨੇ ਸ਼ੁਰੂ ਹੋ ਜਾਣਗੇ। ਸੋ ਜਿਵੇਂ ਲੋਕਾਂ ਦੇ ਵਿੱਚ ਹੁਣ ਕਾਫੀ ਚਰਚਾਵਾਂ ਹੁੰਦੀਆਂ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਹਾਸੇ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਸਰਕਾਰ ਕਰੋਨਾ ਨੂੰ ਵਰਤਦੀ ਹੈ, ਪਰ ਸੱਚਾਈ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋਈ ਹੈ ਇਸ ਵਾਇਰਸ ਦੇ ਨਾਲ। ਟੀਕਾਕਰਨ ਨੂੰ ਲੈ ਕੇ ਕੈਪਟਨ ਨੇ ਹਦਾਇਤ ਕੀਤੀ ਹੈ ਕਿ ਲਾਭਪਾਤਰੀਆਂ ਨੂੰ ਟੀਕਾਕਰਨ ਸੰਬੰਧੀ ਮਨਜ਼ੂਰੀ ਦੇਣ ਲਈ ਕੋਈ ਵੀ ਫੋਟੋ ਆਧਾਰਿਤ ਸ਼ਨਾਖਤੀ ਕਾਰਡ ਕਾਫੀ ਹੋਵੇਗਾ। ਸਾਰੇ ਜ਼ਿਲ੍ਹਿਆਂ ਨੂੰ ਸਬ ਸੈਂਟਰ ਪੱਧਰ ਤੱਕ ਦੀਆਂ ਸਾਰੀਆਂ ਸਿਹਤ ਸੰਸਥਾਵਾਂ, ਡਿਸਪੈਂਸਰੀਆਂ, ਆਯੁਰਵੈਦਿਕ ਅਤੇ ਹੋਮਿਓਪੈਥਿਕ ਸਿਹਤ ਸੰਸਥਾਵਾਂ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਨੂੰ ਸ਼ਾਮਲ ਕਰਕੇ ਟੀਕਾਕਰਨ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਹੁਕਮ ਦਿੱਤੇ ਗਏ ਨੇ। ਪੰਜਾਬ ਸਰਕਾਰ ਦੇ ਸਿਹਤ ਤੇ ਮੈਡੀਕਲ ਸਿੱਖਿਆ ਸਲਾਹਕਾਰ ਡਾਕਟਰ ਕੇ ਤਲਵਾੜ ਨੇ ਸੁਝਾਅ ਦਿੱਤਾ ਹੈ ਕਿ ਕੁਝ ਚੋਣਵੇਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੋਵਿਡ ਤੋਂ ਇਲਾਵਾ ਹੋਰ ਮਰੀਜ਼ਾਂ ਦੇ ਇਲਾਜ ਨੂੰ 2 ਤੋਂ 4 ਹਫ਼ਤਿਆਂ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ। ਯਾਨੀ ਕਿ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਸਲਾਹਕਾਰ ਡਾਕਟਰ ਹੈਗੇ ਨੇ ਕੇ ਤਲਵਾੜ, ਉਹ ਕਹਿ ਰਹੇ ਨੇ ਕਿ ਹਸਪਤਾਲ ਹੈਗੇ ਨੇ ਜਿਹੜੇ ਉਹ ਆਮ ਮਰੀਜ਼ਾਂ ਦਾ ਇਲਾਜ ਮੁਲਤਵੀ ਕਰ ਦੇਣ ਤੇ ਜਿੱਥੇ ਕੋਈ ਮੈਡੀਕਲ ਕਾਲਜ ਨਹੀਂ ਹੈ ਉਹਨਾਂ ਜ਼ਿਲ੍ਹਾ ਹਸਪਤਾਲਾਂ ਵਿੱਚ ਹੋਰ ਐਂਬੂਲੈਂਸਾਂ ਉਪਲਬਧ ਕਰਵਾਈਆਂ ਜਾ ਸਕਦੀਆਂ ਨੇ ਤੇ ਉਹ ਜਿਹੜੇ ਆਮ ਮਰੀਜ਼ ਹੈਗੇ ਨੇ ਉਹਨਾਂ ਦਾ ਇਲਾਜ ਮੁਲਤਵੀ ਕਰਕੇ ਕਰੋਨਾ ਮਰੀਜ਼ਾਂ ਦਾ ਇਲਾਜ ਹੈ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵੀ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਰੀਆਂ ਲੈਬੋਰਟਰੀਆਂ ਅਤੇ ਹਸਪਤਾਲਾਂ ਦੇ ਲਈ ਉਹਨਾਂ ਵੱਲੋਂ ਕੀਤੇ ਗਏ ਟੈਸਟ ਅਨੁਸਾਰ ਕੋਵਿਡ-19 ਪ੍ਰਭਾਵਿਤ ਪਾਏ ਗਏ ਵਿਅਕਤੀ ਦੀ ਜਾਣਕਾਰੀ ਤੁਰੰਤ ਸੰਬੰਧਿਤ ਸਿਵਲ ਸਰਜਨ ਦਫ਼ਤਰ ਨੂੰ ਦੇਣੀ ਲਾਜ਼ਮੀ ਕੀਤੀ ਹੈ। ਇਹ ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਲੈਬੋਰਟਰੀਆਂ ਨੂੰ ਨਵੇਂ ਹੁਕਮ ਜਾਰੀ ਕੀਤੇ ਨੇ। ਸਿੱਧੂ ਨੇ ਕਿਹਾ ਕਿ ਬਹੁਤ ਹੀ ਇੰਪੋਰਟੈਂਟ ਹੈ ਕਿ ਕੋਵਿਡ-19 ਦੇ ਹਰੇਕ ਕੇਸ, ਭਾਵੇਂ ਉਹ ਸ਼ੱਕੀ ਜਾਂ ਫਿਰ ਪੁਸ਼ਟੀ ਕੀਤਾ ਹੋਇਆ ਹੋਵੇ, ਉਸ ਨੂੰ ਇਕਾਂਤਵਾਸ ਕਰਕੇ ਉਸ ਦਾ ਢੁਕਵਾਂ ਇਲਾਜ ਕੀਤਾ ਜਾਣਾ ਚਾਹੀਦਾ ਹੈ ਤੇ ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਦੇ ਲਈ ਜਲਦ ਤੋਂ ਜਲਦ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਵੀ ਟਰੇਸ ਕੀਤਾ ਜਾਵੇ। ਇਸੇ ਦਰਮਿਆਨ ਖਬਰ ਮਿਲ ਰਹੀ ਹੈ ਕਿ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਇਸ ਦੇ ਨਾਲ ਹੀ ਜਿਹੜੀ ਇੱਕ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਹੈ ਉਹ ਵੀ ਕਰੋਨਾ ਪੋਜ਼ਿਟਿਵ ਪਾਈ ਗਈ ਹੈ। ਨਾਭਾ ਦੀ ਜਿਹੜੀ ਨਵੀਂ ਜ਼ਿਲ੍ਹਾ ਜੇਲ੍ਹ ਹੈਗੀ ਹੈ ਉਹਦੇ ਵਿੱਚ 38 ਕੈਦੀ ਔਰਤਾਂ ਦੀ ਕਰੋਨਾ ਰਿਪੋਰਟ ਹੈ ਜਿਹੜੀ ਉਹ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹਾਂ ਦੇ ਵਿੱਚ ਖਾਸ ਵੈਕਸੀਨੇਸ਼ਨ ਸ਼ੁਰੂ ਕਰਨ ਦੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਨੇ। ਇਹਨਾਂ ਜਿਹੜੀਆਂ ਕੈਦੀ ਔਰਤਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਇਹਨਾਂ ਨੂੰ ਮਲੇਰਕੋਟਲਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਜਿਸ ਵਿੱਚ ਇੱਕ ਕੈਦੀ ਔਰਤ ਨਾਲ ਇੱਕ 6 ਮਹੀਨਿਆਂ ਦਾ ਬੱਚਾ ਵੀ ਪੋਜ਼ਿਟਿਵ ਪਾਇਆ ਗਿਆ ਹੈ। ਤੇ ਪੂਰੇ ਭਾਰਤ ਦੇ ਵਿੱਚ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕਰੋਨਾ ਵੈਕਸੀਨ ਦਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਇਸ ਲਈ ਐਡਵਾਂਸ ਰਜਿਸਟ੍ਰੇਸ਼ਨ ਸਿਹਤ ਮੰਤਰਾਲੇ ਦੇ ਪੋਰਟਲ ਦੇ ਉੱਤੇ ਤੁਸੀਂ ਕਰਵਾ ਸਕਦੇ ਹੋ। ਪੋਰਟਲ ਹੈ cowin.gov.in। ਇੱਥੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਟੀਕਾ ਲਗਵਾਉਣ ਲਈ ਲੋਕ ਦੁਪਹਿਰੇ 3 ਵਜੇ ਤੋਂ ਬਾਅਦ ਆਪਣੇ ਨੇੜਲੇ ਟੀਕਾਕਰਨ ਕੇਂਦਰ ਤੇ ਵੀ ਜਾ ਸਕਦੇ ਨੇ। ਕੇਂਦਰੀ ਸਿਹਤ ਸਕੱਤਰ ਆਰ ਭੂਸ਼ਣ ਨੇ ਦੱਸਿਆ ਕਿ ਟੀਕਾ ਲਵਾਉਣ ਲਈ
ਟੀਕਾਕਰਨ ਕੇਂਦਰ ਵਿੱਚ ਆਧਾਰ ਕਾਰਡ ਤੇ ਵੋਟਰ ਆਈਡੀ ਤੋਂ ਇਲਾਵਾ ਬੈਂਕ ਪਾਸਬੁੱਕ, ਪਾਸਪੋਰਟ ਤੇ ਰਾਸ਼ਨ ਕਾਰਡ ਵੀ ਦਿਖਾਇਆ ਜਾ ਸਕਦਾ ਹੈ। ਪੰਜਾਬੀ ਸੰਗੀਤ ਜਗਤ ਲਈ 30 ਮਾਰਚ ਦੀ ਜਿਹੜੀ ਤੜਕਸਾਰ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ, ਦੁਖਦਾਈ ਖਬਰ ਆਈ ਜਦੋਂ ਪੰਜਾਬੀ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੰਡਿਆਲਾ ਗੁਰੂ ਨੇੜੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਆਪਣੇ ਘਰ ਵਾਪਸ ਪਰਤ ਰਿਹਾ ਸੀ ਜਦੋਂ ਦੇਰ ਰਾਤ ਕਰੀਬ 3:45 ਤੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਦਿਲਜਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਕਿਉਂਕਿ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ। ਜੰਡਿਆਲਾ ਗੁਰੂ ਦੇ ਡੀਐਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਦਿਲਜਾਨ ਦੀ ਮ੍ਰਿਤਕ ਦੇਹ ਕਰਤਾਰਪੁਰ ਦੇ ਚੈਰੀਟੇਬਲ ਹਸਪਤਾਲ ਦੇ ਵਿੱਚ ਪਹੁੰਚਾ ਦਿੱਤੀ ਗਈ ਹੈ। ਪਰਿਵਾਰਕ ਮੈਂਬਰ ਵਿਦੇਸ਼ ਤੋਂ 5 ਅਪ੍ਰੈਲ ਨੂੰ ਆਉਣਗੇ ਤੇ ਉਹਨਾਂ ਨਾਲ ਗੱਲ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਦਿਲਜਾਨ ਦੀ ਪਤਨੀ ਤੇ ਧੀ ਵਿਦੇਸ਼ ਵਿੱਚ ਰਹਿੰਦੀਆਂ ਨੇ। ਹਾਦਸਾ ਜੰਡਿਆਲਾ ਗੁਰੂ ਦੇ ਨੇੜੇ ਵਾਪਰਿਆ ਪਰ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗਿਆ। ਰਾਹਗੀਰਾਂ ਨੇ ਗੱਡੀ ਨੂੰ ਦੇਖਿਆ ਤੇ ਪੁਲਿਸ ਨੂੰ ਫੋਨ ਕਰਕੇ ਦਿਲਜਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਿਲਜਾਨ ਦੀ ਪਤਨੀ, ਧੀ, ਭੈਣ, ਭਰਾ ਸਾਰੇ ਟੋਰਾਂਟੋ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਦਿਲਜਾਨ ਦਾ ਅੰਤਿਮ ਸੰਸਕਾਰ ਹੋਵੇਗਾ। ਕਰਤਾਰਪੁਰ ਸਾਹਿਬ ਦੇ ਵਿੱਚ ਹੀ ਦਿਲਜਾਨ ਦਾ ਅੰਤਿਮ ਸੰਸਕਾਰ ਹੋਵੇਗਾ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 5 ਅਪ੍ਰੈਲ ਨੂੰ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਦਿਲਜਾਨ ਦੀ ਮੌਤ ਤੇ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਸਮੇਤ ਸਾਰੇ ਜਿਹੜੇ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਿਲਜਾਨ ਨੇ ਸੁਰਖਸ਼ੇਤਰ ਸੰਗੀਤਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸੀ ਜਿੱਥੋਂ ਉਸ ਨੂੰ ਪ੍ਰਸਿੱਧੀ ਮਿਲੀ ਸੀ। ਇਸ ਪ੍ਰੋਗਰਾਮ ਦੇ ਵਿੱਚ ਦੱਖਣੀ ਏਸ਼ੀਆ ਤੇ ਪਾਕਿਸਤਾਨ ਦੇ ਗਾਇਕਾਂ ਦਾ ਮੁਕਾਬਲਾ ਕਰਵਾਇਆ ਗਿਆ ਸੀ। ਇਸ ਵਿੱਚ ਪਾਕਿਸਤਾਨ ਦੀ ਟੀਮ ਦੀ ਅਗਵਾਈ ਆਤਿਫ ਅਸਲਮ ਅਤੇ ਭਾਰਤੀ ਟੀਮ ਦੀ ਅਗਵਾਈ ਹਮੇਸ਼ ਰੇਸ਼ਮੀਆ ਨੇ ਕੀਤੀ ਸੀ। ਇਸ ਪ੍ਰੋਗਰਾਮ ਵਿੱਚ ਦਿਲਜਾਨ ਨੇ ਪਾਕਿਸਤਾਨ ਦੇ ਪ੍ਰਤੀਭਾਗੀ ਨਬੀਲ ਸ਼ੌਕਤ ਅਲੀ ਨੂੰ ਤਕੜੀ ਟੱਕਰ ਦਿੱਤੀ ਸੀ। ਦਿਲਜਾਨ ਦੀ ਉਮਰ ਸਿਰਫ 33 ਸਾਲ ਦੀ ਸੀ ਅਤੇ ਸਕੂਲ ਕਾਲਜ ਦੇ ਦਿਨਾਂ ਤੋਂ ਹੀ ਉਹ ਗਾਇਕੀ ਵੱਲ ਕਾਫੀ ਰੁਚੀ ਲੈਂਦਾ ਸੀ ਤੇ ਉਸੇ ਨੂੰ ਹੀ ਆਪਣੇ ਕਿੱਤੇ ਵਜੋਂ ਦਿਲਜਾਨ ਨੇ ਚੁਣਿਆ ਸੀ। ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2021-22 ਦੇ ਲਈ ਸਾਲਾਨਾ ਬਜਟ ਪੇਸ਼ ਕਰ ਦਿੱਤਾ ਹੈ। ਬਜਟ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਪਾਸ ਕੀਤਾ ਗਿਆ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿੱਚ ਬਜਟ ਇਜਲਾਸ ਹੋਇਆ ਤੇ ਇਸ ਵਾਰ ਐਸਜੀਪੀਸੀ ਦਾ ਬਜਟ 40 ਕਰੋੜ 66 ਲੱਖ ਦੇ ਘਾਟੇ ਨਾਲ ਪੇਸ਼ ਕੀਤਾ ਗਿਆ ਹੈ। ਐਸਜੀਪੀਸੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਨੇ ਇਹ ਬਜਟ ਪੇਸ਼ ਕੀਤਾ। ਕਿਹਾ ਕਿ ਸਾਲ ਦੀ ਅਨੁਮਾਨਿਤ ਆਮਦਨ 871 ਕਰੋੜ 93 ਲੱਖ ਰੁਪਏ ਹੋਏਗੀ, ਯਾਨੀ ਕਿ ਇਸ ਵਰੇ ਦੀ ਜਿਹੜੀ ਆਮਦਨ ਹੈ ਉਹ ਇੰਨੀ ਹੋਏਗੀ ਤੇ ਬਜਟ ਹੈ ਜਿਹੜਾ ਖਰਚਾ ਹੈ ਉਹ ਕਿੰਨਾ ਹੋਏਗਾ ਉਹ ਵੀ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਹੈ ਦਿੱਤੀ ਗਈ ਹੈ। ਕਿਹਾ ਗਿਆ ਕਿ ਗੁਰਦੁਆਰਿਆਂ ਦੀ ਆਮਦਨ ਦੇ ਉੱਤੇ ਕਰੋਨਾ ਕਰਕੇ ਪ੍ਰਭਾਵ ਪਿਆ ਹੈ ਜਿਸ ਕਾਰਨ ਬਜਟ ਵੀ ਪ੍ਰਭਾਵਿਤ ਹੋਇਆ ਤੇ 40 ਕਰੋੜ 66 ਲੱਖ ਰੁਪਏ ਦੇ ਘਾਟੇ ਨਾਲ ਇਸੇ ਕਰਕੇ ਬਜਟ ਹੈ ਜਿਹੜਾ ਉਹ ਪਾਸ ਕੀਤਾ ਗਿਆ ਹੈ। ਤੇ ਇਸ ਮੌਕੇ ਐਸਜੀਪੀਸੀ ਵੱਲੋਂ ਮਤਾ ਪਾਸ ਕਰਕੇ ਯੂਐਨਓ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦੇਣ ਦੀ ਮੰਗ ਵੀ ਕੀਤੀ ਗਈ। ਮਤਾ ਪਾਸ ਕਰਕੇ ਇਜਲਾਸ ਦੇ ਵਿੱਚ ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਬਜਟ ਇਜਲਾਸ ਦੇ ਵਿੱਚ ਬਰਗਾੜੀ ਕਾਂਡ ਦੀ ਨਿੰਦਿਆ ਕਰਦਿਆਂ ਅਕਾਲ ਪੁਰਖ ਅੱਗੇ ਦੋਸ਼ੀਆਂ ਖਿਲਾਫ ਕਾਰਵਾਈ ਵਾਸਤੇ ਅਰਦਾਸ ਵੀ ਕੀਤੀ ਗਈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੱਤੀ ਕਿ ਆਮਦਨ ਲਈ ਅਸੀਂ 647 ਕਰੋੜ ਰੁਪਏ ਦਾ ਟੀਚਾ ਰੱਖਿਆ ਕਿਉਂਕਿ ਸੰਗਤ ਤੇ ਨਿਰਭਰ ਕਰਦੀ ਹੈ ਕਮੇਟੀ ਤੇ ਖਰਚੇ ਦਾ ਟੀਚਾ 652 ਕਰੋੜ ਰੁਪਏ ਰੱਖਿਆ ਗਿਆ ਹੈ। ਸੋ ਐਸਜੀਪੀਸੀ ਨੇ ਜਦੋਂ ਬਜਟ ਪੇਸ਼ ਕੀਤਾ ਜਾਣਾ ਸੀ ਇਸ ਮੌਕੇ ਇੱਕ ਫਰਮਾਨ ਸੁਣਾਇਆ ਗਿਆ ਕਿ ਬਜਟ ਦੀ ਅੰਦਰ ਦੀ ਜਿਹੜੀ ਕਾਰਵਾਈ ਹੈ ਉਸ ਦੀ ਮੀਡੀਆ ਕਵਰੇਜ ਨਹੀਂ ਹੋ ਸਕਦੀ। ਇਸ ਕਰਕੇ ਵਿਰੋਧੀ ਧਿਰ ਦੇ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਐਸਜੀਪੀਸੀ ਨੇ ਖਾਲਸਾ ਪੰਥ ਸਾਹਮਣੇ ਸਬੂਤ ਪੇਸ਼ ਹੋਣ ਦੇ ਡਰੋਂ ਕਰੋਨਾ ਦਾ ਬਹਾਨਾ ਲਾ ਕੇ ਮੀਡੀਆ ਤੇ ਪਾਬੰਦੀ ਲਾਈ ਹੈ ਤੇ ਇਸ ਪਾਬੰਦੀ ਦਾ ਇਹਨਾਂ ਐਸਜੀਪੀਸੀ ਮੈਂਬਰਾਂ ਨੇ ਸਖਤ ਵਿਰੋਧ ਕੀਤਾ। ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਮੌਜੂਦਾ ਅੰਤਰਿੰਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਨੇਕੇ, ਸ਼੍ਰੋਮਣੀ ਕਮੇਟੀ ਮੈਂਬਰ ਸਿਰਸਾ ਹਰਿਆਣਾ ਗੁਰਮੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਜਸਪਾਲ ਕੌਰ, ਗੁਰਪ੍ਰੀਤ ਸਿੰਘ ਰੰਧਾਵਾ, ਫਤਿਹਗੜ੍ਹ ਸਾਹਿਬ ਤੋਂ ਐਸਜੀਪੀਸੀ ਮੈਂਬਰ ਇਹਨਾਂ ਸਾਰਿਆਂ ਨੇ ਕਿਹਾ ਕਿ ਐਸਜੀਪੀਸੀ ਜੋ ਬਜਟ ਪੇਸ਼ ਕਰਨ ਜਾ ਰਹੀ ਹੈ ਉਸ ਵਿੱਚ ਬਹੁਤ ਵੱਡਾ ਧੋਖਾ ਹੈ, ਉਸ ਵਿੱਚ ਲੁਕੋ ਹੈ, ਯਾਨੀ ਕਿ ਸੰਗਤਾਂ ਤੋਂ ਬਹੁਤ ਕੁਝ ਲੁਕੋਇਆ ਗਿਆ ਹੈ।
ਇਹਨਾਂ ਮੈਂਬਰਾਂ ਨੇ ਐਸਜੀਪੀਸੀ ਦੇ ਸਾਲਾਨਾ ਬਜਟ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੂੰ 11 ਸਫ਼ਿਆਂ ਦਾ ਇਤਰਾਜ਼ ਵੀ ਲਿਖ ਕੇ ਦਿੱਤਾ ਹੈ। ਇਲਜ਼ਾਮ ਲਾਇਆ ਹੈ ਕਿ ਜਿਹੜੇ ਸ਼੍ਰੋਮਣੀ ਕਮੇਟੀ ਅਧੀਨ ਟਰਸਟ ਚੱਲਦੇ ਨੇ ਉੱਥੇ ਕੇਵਲ ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰਧਾਨ ਹੈ ਜਿਹੜਾ ਉਹ ਡੰਮੀ ਦੇ ਤੌਰ ਤੇ ਹੀ ਪ੍ਰਧਾਨ ਹੈ, ਯਾਨੀ ਕਿ ਕਠਪੁਤਲੀ ਪ੍ਰਧਾਨ ਹੈ। ਬਾਕੀ ਸਾਰੇ 37 ਟਰਸਟਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਪਰਿਵਾਰ ਦਾ ਕਬਜ਼ਾ ਹੋ ਚੁੱਕਿਆ ਹੈ। ਉਹਨਾਂ ਟਰਸਟਾਂ ਨੂੰ 13-13 ਕਰੋੜ ਰੁਪਏ ਗੁਰਦੁਆਰਿਆਂ ਦੇ ਫੰਡ ਚੋਂ ਜਾ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਤਾਂ ਇਹਨਾਂ ਟਰਸਟਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰ ਲਵੇ, ਜੇ ਅਧੀਨ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਗੁਰੂ ਘਰ ਦਾ ਪੈਸਾ ਇਹਨਾਂ ਟਰਸਟਾਂ ਨੂੰ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇੱਥੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦੇਗ ਦੀ ਭੇਟਾ ਵੱਧ ਗਈ ਹੈ ਤੇ ਗੋਲਕ ਦੀ ਭੇਟਾ ਘਟ ਗਈ ਹੈ। ਇਸ ਦਾ ਮਤਲਬ ਹੈ ਕਿ ਕੀ ਦੇਗ ਲੈਣ ਵਾਲਿਆਂ ਨੇ ਗੋਲਕ ਵਿੱਚ ਮੱਥਾ ਹੀ ਨਹੀਂ ਟੇਕਿਆ ਹੋਣਾ। ਸੋ ਇਹ ਜਿਹੜੇ ਐਸਜੀਪੀਸੀ ਮੈਂਬਰ ਨੇ ਸਾਰੇ, ਪਰ ਵਿਰੋਧੀ ਧਿਰ ਦੇ ਐਸਜੀਪੀਸੀ ਮੈਂਬਰ ਨੇ, ਇਹਨਾਂ ਨੇ ਕਾਫੀ ਸਵਾਲ ਚੁੱਕੇ ਨੇ। ਜਿਸ ਵਕਤ ਬਜਟ ਪੇਸ਼ ਕੀਤਾ ਜਾ ਰਿਹਾ ਸੀ ਐਸਜੀਪੀਸੀ ਦੇ ਵੱਲੋਂ, ਉਸ ਵਕਤ ਇਹ ਜਿਹੜੇ ਐਸਜੀਪੀਸੀ ਮੈਂਬਰ ਨੇ ਉਹ ਇਤਰਾਜ਼ ਖੜੇ ਕਰ ਰਹੇ ਸੀ। ਸ਼੍ਰੋਮਣੀ ਕਮੇਟੀ ਨੇ ਜਿਹੜਾ ਬਜਟ ਪੇਸ਼ ਕਰਨ ਜਾ ਰਹੀ ਹੈ ਉਹਦੇ ਵਿੱਚ ਬੜਾ ਫਰਾਡ ਹੈ ਔਰ ਉਹਦੇ ਵਿੱਚ ਬੜਾ ਲਕੋ ਹੈ। 11 ਪੇਜਾਂ ਦਾ ਇਤਰਾਜ਼ ਜਿਹੜਾ ਇਹਨਾਂ ਨੂੰ ਲਿਖ ਕੇ ਦਿੱਤਾ ਹੈ। ਇਹਦੇ ਵਿੱਚ ਇਹਨਾਂ ਦੇ ਬਜਟ ਦੀ ਇੱਕ ਖਾਮੀ ਇਹਨਾਂ ਦੇ ਸਾਹਮਣੇ ਰੱਖੀ ਹੈ। ਇਹਦੇ ਵਿੱਚ ਮੋਟੇ ਰੂਪ ਦੇ ਵਿੱਚ ਜੋ ਸਾਨੂੰ ਬਜਟ ਦੇ ਵਿੱਚ ਪਾਇਆ ਗਿਆ ਕਿ ਜਿਹੜਾ ਗਲਿਆਰਾ 1984 ਦੇ ਵਿੱਚ ਸੇਵਾ ਆਰੰਭ ਹੋਈ, ਜਿਹੜਾ ਗਲਿਆਰੇ ਦਾ ਵਿਆਜ ਆਉਂਦਾ ਸੀ ਪਿਛਲੇ ਕੁਝ ਸਾਲਾਂ ਤੋਂ ਉਹ ਦਰਸਾਉਣਾ ਬੰਦ ਕਰ ਦਿੱਤਾ ਗਿਆ। ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਟਰਸਟ ਚੱਲਦੇ ਨੇ ਉੱਥੇ ਕੇਵਲ ਸ਼੍ਰੋਮਣੀ ਕਮੇਟੀ ਦਾ ਇੱਕ ਪ੍ਰਧਾਨ, ਇੱਕ ਡੰਮੀ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਪ੍ਰਧਾਨ ਹੈ। ਬਾਕੀ ਸਾਰੇ 37 ਟਰਸਟਾਂ ਤੇ ਜਿਹੜਾ ਕਬਜ਼ਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਾਰੀ ਮੋਨੋਪੋਲੀ ਦਾ, ਉਹਦੀ ਜਿਹੜੀ ਕੋਰ ਕਮੇਟੀ ਹੈ, ਉਹਦੇ ਪਰਿਵਾਰ ਦਾ, ਉਹਦੇ ਰਿਸ਼ਤੇਦਾਰਾਂ ਦਾ ਹੋ ਚੁੱਕਿਆ ਹੈ। ਉੱਥੇ ਜਿਹੜੀ ਦੇਗ ਦੀ ਭੇਟਾ ਉਹ ਵੱਧ ਗਈ, ਗੋਲਕ ਦੀ ਘਟ ਗਈ। ਪਿਛਲੇ ਦਿਨੀ ਮਲੋਟ ਦੇ ਵਿੱਚ ਬੀਜੇਪੀ ਵਿਧਾਇਕ ਅਰੁਣ ਨਾਰੰਗ ਦੀ ਖਿੱਚਤੂ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ। ਇਸ ਮਸਲੇ ਦੇ ਵਿੱਚ ਹੁਣ ਇੱਕ ਨਵੀਂ ਜਾਣਕਾਰੀ ਆ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦੇ ਉੱਤੇ ਬੀਜੇਪੀ ਨੇ ਵੱਡੇ ਇਲਜ਼ਾਮ ਲਾਏ ਨੇ। ਇੱਕ ਵੀਡੀਓ ਜਾਰੀ ਕੀਤਾ ਇਹਨਾਂ ਨੇ ਜਿਹਦੇ ਵਿੱਚ ਕਿਸਾਨ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਜਿਸ ਦਿਨ ਗਰੇਵਾਲ ਯਾਨੀ ਕਿ ਹਰਜੀਤ ਸਿੰਘ ਗਰੇਵਾਲ ਮਲੋਟ ਆ ਗਿਆ ਉਹਦਾ ਹਾਲ ਵੀ ਅਸੀਂ ਨਾਰੰਗ ਵਰਗਾ ਹੀ ਕਰਾਂਗੇ, ਇਸ ਕਰਕੇ ਪੁਲਿਸ ਇੱਕ FIR ਸਾਡੇ ਤੇ ਪਹਿਲਾਂ ਹੀ ਦਰਜ ਕਰ ਲਵੇ। ਸੋ ਇਹ ਆਵਾਜ਼ ਹੈ ਜਿਹੜੀ ਉਹ ਸਪਸ਼ਟ ਰੂਪ ਦੇ ਵਿੱਚ ਉਸ ਵੀਡੀਓ ਦੇ ਵਿੱਚ ਸੁਣਾਈ ਦੇ ਰਹੀ ਹੈ, ਜਦੋਂ ਇਹ ਲੀਡਰ ਕਹਿ ਰਹੇ ਨੇ, ਕਿਸਾਨਾਂ ਦੇ ਨੁਮਾਇੰਦੇ ਨੇ ਜਿਹੜੇ ਅਜਿਹਾ ਕਹਿ ਰਹੇ ਨੇ। ਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਫੋਨ ਤੇ ਕੀਤੀ ਗਈ ਤਾਂ ਵੀ ਉਹਨਾਂ ਨੇ ਇਹੀ ਕਿਹਾ ਕਿ ਗਰੇਵਾਲ ਜਾਂ ਫਿਰ ਕੋਈ ਵੀ ਬੀਜੇਪੀ ਦਾ ਲੀਡਰ ਜੇ ਮਲੋਟ ਚ ਆ ਕੇ ਵੜਦਾ ਤਾਂ ਅਸੀਂ ਉਸ ਦਾ ਵਿਰੋਧ ਜਾਰੀ ਰੱਖਾਂਗੇ, ਅਸੀਂ ਵਿਰੋਧ ਤੋਂ ਪਿੱਛੇ ਨਹੀਂ ਹਟਾਂਗੇ, ਕਿਉਂਕਿ ਇਹ ਕੇਂਦਰ ਦੀ ਮੋਦੀ ਸਰਕਾਰ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਸਾਰੇ ਲੀਡਰ ਹੈਗੇ ਨੇ। ਪੰਜਾਬ ਦੇ ਵਿੱਚ ਰਹਿੰਦੇ ਨੇ, ਪੰਜਾਬ ਦਾ ਖਾਂਦੇ ਨੇ, ਪਰ ਅੰਨਦਾਤਾ ਦੇ ਨਾਲ ਦਗਾ ਕਮਾਉਂਦੇ ਨੇ। ਸੋ ਇਸੇ ਮਸਲੇ ਦੇ ਵਿੱਚ ਅਰੁਣ ਨਾਰੰਗ ਦਾ ਜਿਹੜਾ ਮਸਲਾ ਹੈ ਉਸ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿੱਚ ਬੀਜੇਪੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਨੇ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਰੋਹਤਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਇਸ ਦੇ ਨਾਲ ਹੀ ਸਿਰਸਾ ਦੇ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਤੇ ਬੀਜੇਪੀ ਦੇ ਵੱਲੋਂ ਮੰਗ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਲਿਆ ਜਾਵੇ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਬਰਖਾਸਤ ਕੀਤੀ ਜਾਵੇ। ਇੱਥੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਅਦਿੱਤਿਆ ਚੌਟਾਲਾ ਦੀ ਅਗਵਾਈ ਵਿੱਚ ਬੀਜੇਪੀ ਵਰਕਰਾਂ ਨੇ ਬਰਨਾਲਾ ਰੋਡ ਸਥਿਤ ਹੁੱਡਾ ਚੌਂਕ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਪੁਤਲਾ ਸਾੜਿਆ ਤੇ ਨਾਲ ਹੀ ਬੀਜੇਪੀ ਨੇ ਰਾਸ਼ਟਰਪਤੀ ਲਈ ਮੰਗ ਪੱਤਰ ਵੀ ਸੌਂਪਿਆ ਤੇ ਬੀਜੇਪੀ ਦੇ ਇਸ ਰੋਸ ਦੀ ਜਾਣਕਾਰੀ ਕਿਸਾਨਾਂ ਨੂੰ ਵੀ ਲੱਗ ਗਈ ਤੇ ਉਹ ਵੀ ਹੁੱਡਾ ਚੌਂਕ ਪਹੁੰਚ ਗਏ। ਇਸ ਤੋਂ ਬਾਅਦ ਕਿਸਾਨਾਂ ਨੇ ਬੀਜੇਪੀ ਵਰਕਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਕਰੜੀ ਮਿਹਨਤ ਕਰਨੀ ਪਈ। ਕਿਸਾਨਾਂ ਤੇ ਬੀਜੇਪੀ ਵਰਕਰਾਂ ਵਿੱਚ ਕਿਸੇ ਕਿਸਮ ਦਾ ਟਕਰਾਅ ਨਾ ਹੋਵੇ, ਇਸ ਲਈ SDM ਜੈਵੀਰ ਯਾਦਵ ਤੇ DSP ਆਰੀਅਨ ਚੌਧਰੀ ਮੌਕੇ ਤੇ ਭਾਰੀ ਪੁਲਿਸ ਫੋਰਸ ਲੈ ਕੇ ਪਹੁੰਚੇ। ਅਜਿਹੇ ਹਾਲਾਤਾਂ ਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਅਦਿੱਤਿਆ ਚੌਟਾਲਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵਿਧਾਇਕ ਤੇ ਹੋਏ ਹਮਲੇ ਦੀ ਘਟਨਾ ਨਿੰਦਣਯੋਗ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਵਿਧਾਇਕਾਂ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਇਹਨਾਂ ਨੇ ਕੈਪਟਨ ਦੀ ਸਰਕਾਰ ਨੂੰ ਬਰਖਾਸਤ ਕਰਕੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਤੇ ਜਿਹੜਾ ਇਹਨਾਂ ਦਾ ਮੌਕੇ ਤੇ ਕਿਸਾਨ ਵਿਰੋਧ ਕਰਨ ਲਈ ਪਹੁੰਚ ਗਏ ਸੀ, ਉਸ ਤੇ ਬੀਜੇਪੀ ਲੀਡਰਾਂ ਨੇ ਕਿਹਾ ਕਿ ਉਹ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਉਹ ਕਿਸਾਨ ਨਹੀਂ ਹੈਗੇ ਬਲਕਿ ਸਿਆਸੀ ਪਾਰਟੀਆਂ ਦੇ ਏਜੰਟ ਹੈਗੇ ਨੇ। ਕਹਿੰਦੇ ਕਿਸਾਨ ਅੰਦੋਲਨ ਹੁਣ ਪੂਰੀ ਤਰ੍ਹਾਂ ਦੇ ਨਾਲ ਰਾਜਨੀਤਿਕ ਲਹਿਰ ਬਣ ਚੁੱਕਿਆ ਤੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀ ਕਿਹਾ
ਉਹਨਾਂ ਨੇ ਵੀ ਇਹੀ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਬਰਖਾਸਤ ਹੋਣੀ ਚਾਹੀਦੀ ਹੈ। ਕਿਹਾ ਕਿ ਮੇਰੇ ਤੇ ਜੋ ਫਿਰੋਜ਼ਪੁਰ ਦੇ ਵਿੱਚ ਆਤਮਘਾਤੀ ਹਮਲਾ ਹੋਇਆ ਜਾਂ ਪਾਰਟੀ ਦੇ ਹੋਰ ਆਗੂਆਂ ਤੇ ਹਮਲਾ ਹੋਇਆ ਉਸ ਦਾ ਕੀ ਬਣਿਆ, ਕਿਹੜੇ ਦੋਸ਼ੀ ਫੜੇ ਗਏ, ਇਸ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਬੀਜੇਪੀ ਦੇ ਪ੍ਰਦਰਸ਼ਨ ਚੱਲਦੇ ਰਹਿਣਗੇ। ਇਹ ਵੀ ਕਿਹਾ ਕਿ ਬੀਜੇਪੀ ਦੀ ਆਵਾਜ਼ ਨਾ ਐਮਰਜੈਂਸੀ ਦਬਾ ਸਕੀ ਨਾ ਅੱਤਵਾਦ। ਉਦੋਂ ਵੀ ਹਿੰਦੂ ਸਿੱਖ ਭਾਈਚਾਰੇ ਲਈ ਬੀਜੇਪੀ ਨੇ ਬਲੀਦਾਨ ਵੀ ਦਿੱਤੇ ਪਰ ਉਹਨਾਂ ਦੇ ਪ੍ਰੋਗਰਾਮ ਲਗਾਤਾਰ ਚੱਲਦੇ ਰਹੇ। ਇਸ ਦਰਮਿਆਨ ਪਟਿਆਲਾ ਤੋਂ ਖਬਰ ਆ ਰਹੀ ਹੈ ਜਿੱਥੇ ਸੋਮਵਾਰ ਦੀ ਸ਼ਾਮ ਨੂੰ ਦਰਦਨਾਕ ਹਾਦਸਾ ਵਾਪਰ ਗਿਆ। ਥਾਪਰ ਕਾਲਜ ਪਟਿਆਲਾ ਦੇ ਨੇੜੇ ਥਾਣਾ ਸਿਵਲ ਲਾਈਨਸ ਦੇ ਸਾਹਮਣੇ ਸਥਿਤ ਲਾਈਟਾਂ ਵਾਲੇ ਚੌਂਕ ਦੇ ਵਿੱਚ ਇੱਕ ਤੇਜ਼ ਰਫ਼ਤਾਰ ਬੇਕਾਬੂ ਹੋਈ ਫੋਰਚੂਨਰ ਕਾਰ ਨੇ ਦੋ ਕਾਰਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਇਸ ਵਿੱਚ ਇੱਕ ਮੋਟਰਸਾਈਕਲ ਸਣੇ ਅੱਧੀ ਦਰਜਨ ਦੇ ਕਰੀਬ ਲੋਕ ਦਰੜੇ ਗਏ ਤੇ ਜਿਨ੍ਹਾਂ ਲੋਕਾਂ ਤੇ ਕਾਰ ਚੜੀ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੱਤੀਆਂ ਵਾਲੇ ਚੌਂਕ ਦੇ ਵਿੱਚ ਖੜੇ ਪ੍ਰਦਰਸ਼ਨ ਕਰ ਰਹੇ ਸੀ। ਇਹਨਾਂ ਦੇ ਵਿੱਚ ਇੰਦਰਜੀਤ ਸਿੰਘ ਨਾਮ ਦੇ 65 ਸਾਲਾ ਬਜ਼ੁਰਗ ਦੀ ਮੌਤ ਵੀ ਹੋ ਗਈ। ਬਾਕੀ ਲੋਕ ਵੀ ਗੰਭੀਰ ਰੂਪ 'ਚ ਜ਼ਖਮੀ ਦੱਸੇ ਜਾ ਰਹੇ ਨੇ। ਪਟਿਆਲਾ ਦੇ ਵਿੱਚ ਰੋਜ਼ਾਨਾ ਚੌਂਕ ਦੇ ਉੱਤੇ ਖੜ ਕੇ ਲੋਕ ਪ੍ਰਦਰਸ਼ਨ ਕਰਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ। ਜ਼ਖਮੀਆਂ ਦੇ ਵਿੱਚ ਇੱਕ ਗਰਭਵਤੀ ਔਰਤ ਹੈ, 2 ਬੱਚੇ ਤੇ ਉਸ ਦਾ ਪਤੀ ਵੀ ਹੈ ਜਿਹੜੇ ਗੰਭੀਰ ਜ਼ਖਮੀ ਹੋ ਗਏ ਨੇ। ਜਾਣਕਾਰੀ ਇਹ ਮਿਲ ਰਹੀ ਹੈ ਕਿ ਮ੍ਰਿਤਕ ਇੰਦਰਜੀਤ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਜਦੋਂ ਥਾਪਰ ਚੌਂਕ ਵਿੱਚ ਲਾਈਟਾਂ ਤੇ ਰੁਕੇ ਤਾਂ ਭਾਦਸੋਂ ਚੁੰਗੀ ਸਾਈਡ ਤੋਂ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਫੋਰਚੂਨਰ ਗੱਡੀ ਨੇ ਲਾਈਟਾਂ ਤੇ ਖੜੀ ਵਰਨਾ ਤੇ ਸਵਿਫਟ ਕਾਰਾਂ ਨੂੰ ਪਹਿਲਾਂ ਟੱਕਰ ਮਾਰੀ ਤੇ ਨਾਲ ਹੀ ਧਰਨਾ ਦੇ ਰਹੇ ਕਿਸਾਨਾਂ ਸਮੇਤ ਇਹਨਾਂ ਨੂੰ ਵੀ ਟੱਕਰ ਮਾਰ ਦਿੱਤੀ ਤੇ ਬੇਕਾਬੂ ਹੋ ਕੇ ਫੋਰਚੂਨਰ ਫੁੱਟਪਾਥ ਉੱਤੇ ਚੜ੍ਹ ਗਈ। ਹਰਿਆਣਾ ਦੇ ਵਿੱਚ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣੇ ਦੇ ਕਿਸਾਨਾਂ ਨੂੰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 31 ਮਾਰਚ ਨੂੰ ਬੀਜੇਪੀ ਇੱਕ ਸਾਜ਼ਿਸ਼ ਤਹਿਤ ਪ੍ਰਦਰਸ਼ਨ ਕਰ ਰਹੀ ਹੈ ਤਾਂ ਕਿ ਕਿਸਾਨਾਂ ਦਾ ਅਤੇ ਬੀਜੇਪੀ ਲੀਡਰਾਂ ਦਾ ਬੀਜੇਪੀ ਵਰਕਰਾਂ ਦਾ ਆਪਸ ਦੇ ਵਿੱਚ ਟਕਰਾਅ ਹੋਵੇ ਤੇ ਕਿਸਾਨੀ ਅੰਦੋਲਨ ਨੂੰ ਤੋੜਿਆ ਜਾ ਸਕੇ। ਚੜੂਨੀ ਨੇ ਕਿਹਾ ਕਿ ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਅਤੇ ਚੜੂਨੀ ਨੇ ਅਪੀਲ ਕੀਤੀ ਹੈ ਕਿ ਬੀਜੇਪੀ ਦੇ ਇਸ ਪ੍ਰਦਰਸ਼ਨ ਦਾ ਬਿਲਕੁਲ ਵੀ ਵਿਰੋਧ ਨਾ ਕੀਤਾ ਜਾਵੇ ਅਤੇ ਬੀਜੇਪੀ ਜਿਹੜਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਉਹਨੂੰ ਕਰਨ ਦਿੱਤਾ ਜਾਵੇ। ਚੜੂਨੀ ਨੇ ਕਿਹਾ ਕਿ ਜੇਕਰ ਅਸੀਂ ਵੀ ਡਾਂਗਾ ਲੈ ਕੇ ਇਹਨਾਂ ਦਾ ਵਿਰੋਧ ਕਰਨ ਚਲੇ ਗਏ ਤਾਂ ਜਨਤਾ ਦਾ ਜਨਤਾ ਨਾਲ ਹੀ ਟਕਰਾਅ ਹੋ ਜਾਊਗਾ ਤੇ ਬੀਜੇਪੀ ਹੈ ਜਿਹੜੀ ਉਹ ਆਪਣੀ ਚਾਲ ਦੇ ਵਿੱਚ ਕਾਮਯਾਬ ਹੋ ਜਾਊਗੀ। ਫਿਲੌਰ ਦੇ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਉੱਤੇ ਲਾਠੀਚਾਰਜ ਦੇ ਖਿਲਾਫ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜ਼ਾਹਰੇ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹਿਰ ਵਿੱਚ ਮਾਰਚ ਕੱਢਿਆ। ਅਗਵਾਈ ਹੈ ਜਿਹੜੀ ਉਹ ਕੁਲਦੀਪ ਵਾਲੀਆ, ਗੁਰਦੀਪ ਗੋਗੀ ਤੇ ਕੁਲਦੀਪ ਫਿਲੌਰ ਨੇ ਕੀਤੀ ਤੇ ਇਹਨਾਂ ਨੇ ਜਿਹੜਾ ਲਾਠੀਚਾਰਜ ਹੋਇਆ ਹੈ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਦੇ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ, ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ। ਉਸ ਦੇ ਵਿਰੋਧ ਦੇ ਵਿੱਚ ਅਰਥੀ ਫੂਕ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ। ਦਿੱਲੀ ਤੋਂ ਅਗਲੀਆਂ ਖਬਰਾਂ ਨੇ ਜਿੱਥੇ ਬੀਜੇਪੀ ਦੇ ਸਾਬਕਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਦੀ ਸੁਭਾਸ਼ ਨਗਰ ਦੇ ਝੀਲ ਵਾਲੇ ਪਾਰਕ ਵਿੱਚ ਇੱਕ ਗ੍ਰਿਲ ਦੇ ਨਾਲ ਲਟਕੀ ਹੋਈ ਲਾਸ਼ ਮਿਲੀ ਹੈ। ਗੁਰਵਿੰਦਰ ਸਿੰਘ ਬਾਵਾ ਦੀ ਉਮਰ 58 ਸਾਲ ਸੀ ਤੇ ਪੱਛਮੀ ਦਿੱਲੀ ਦੇ ਫਤਿਹ ਨਗਰ 'ਚ ਰਹਿੰਦੇ ਸੀ। ਸ਼ਾਮੀ ਕਰੀਬ 6 ਵਜੇ ਮੌਕੇ ਤੇ ਪਾਰਕ ਵਿੱਚ ਘੁੰਮ ਰਹੇ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਿਸ ਤੋਂ ਬਾਅਦ ਉਹਨਾਂ ਦੀ ਪਛਾਣ ਹੋ ਸਕੀ ਕਿ ਬੀਜੇਪੀ ਦਾ ਸਿੱਖ ਲੀਡਰ ਹੈ ਜਿਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਪਾਰਕ ਵਿੱਚ ਲਾਸ਼ ਮਿਲੀ ਹੈ। ਪਰ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਖੁਦਕੁਸ਼ੀ ਨੋਟ ਹੈ ਜਿਹੜਾ ਉਹ ਬਰਾਮਦ ਨਹੀਂ ਹੋਇਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਾਂਚ ਕੀਤੀ ਜਾ ਰਹੀ ਹੈ। ਡੀਐਸਜੀਐਮਸੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਖਬਰ ਕਿ ਸਰਨਾ ਭਰਾਵਾਂ ਨੇ ਆਪਣੇ ਜਿਹੜੇ ਸਾਰੇ ਮੈਂਬਰ ਹੈਗੇ ਨੇ ਉਹਨਾਂ ਨੂੰ ਇੱਕ ਸਹੁੰ ਚੁਕਾਈ ਹੈ ਕਿਉਂਕਿ ਦਿੱਲੀ ਦੇ ਵਿੱਚ ਡੀਐਸਜੀਐਮਸੀ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਭਖਿਆ ਹੋਇਆ ਹੈ। ਇਸ ਕਰਕੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਪ੍ਰਕਾਰ ਦੇ ਰਾਜਨੀਤੀਕਰਨ, ਪੰਥ ਵਿਰੋਧੀ ਨੀਤੀਆਂ ਅਤੇ ਸਿਆਸੀ ਕੰਮਾਂ ਤੋਂ ਦੂਰ ਰੱਖਣ ਲਈ ਸਰਨਾ ਭਰਾਵਾਂ ਨੇ ਆਪਣੇ ਮੁੱਖ ਮੈਂਬਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਹੁੰ ਚੁਕਾਈ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਹੁੰ ਚੁਕਾਉਂਦਿਆਂ ਕਿਹਾ ਜੋ ਵੀ ਕੁਝ ਕਿਹਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ। ਉਹਨਾਂ ਕਿਹਾ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਹੋਣ ਦੇ ਨਾਤੇ ਹੋਲਾ ਮਹੱਲਾ ਦੇ ਪਵਿੱਤਰ ਦਿਹਾੜੇ ਮੌਕੇ ਅਕਾਲ ਪੁਰਖ ਨੂੰ ਹਾਜ਼ਰ ਮੰਨ ਕੇ ਸਹੁੰ ਚੁੱਕਦੇ ਹਾਂ ਕਿ ਅਸੀਂ ਇਹਨਾਂ ਚੋਣਾਂ ਦੇ ਵਿੱਚ ਸੰਗਤ ਅਤੇ ਸਿੱਖੀ ਦੀ ਸੇਵਾ ਨੂੰ ਸਮਰਪਿਤ ਰਹਾਂਗੇ। ਸਾਡਾ ਇੱਕੋ ਇੱਕ ਉਦੇਸ਼ ਇਹਨਾਂ ਚੋਣਾਂ ਦੇ ਜ਼ਰੀਏ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਰਹਿਤ ਮਰਿਆਦਾ ਦੀ ਪਾਲਣਾ ਅਤੇ ਉਹਨਾਂ ਦੇ ਚੰਗੇ ਪ੍ਰਬੰਧ ਵਿੱਚ ਯੋਗਦਾਨ ਦੇਣਾ ਹੈ। ਦਿੱਲੀ ਕਮੇਟੀ ਅਧੀਨ ਚੱਲਣ ਵਾਲੀਆਂ ਸਾਡੀਆਂ ਜਿੰਨੀਆਂ ਵੀ ਸੇਵਾਵਾਂ ਅਤੇ ਅਦਾਰੇ ਨੇ ਜਿਵੇਂ ਕਿ ਸਕੂਲ, ਕਾਲਜ, ਹਸਪਤਾਲ, ਪੋਲੀਟੈਕਨਿਕ ਵਗੈਰਾ ਦੀ ਸਾਂਭ ਸੰਭਾਲ ਅਤੇ ਇਹਨਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਅਸੀਂ ਪੂਰੀ ਸ਼ਰਧਾ, ਇਮਾਨਦਾਰੀ ਤੇ ਤਨਦੇਹੀ ਦੇ ਨਾਲ
ਕਰਾਂਗੇ। ਅਸੀਂ ਇਹ ਵੀ ਸਹੁੰ ਚੁੱਕਦੇ ਹਾਂ ਕਿ ਐਸਜੀਪੀਸੀ ਦੇ ਸਾਰੇ ਮੁਲਾਜ਼ਮ, ਚਾਹੇ ਅਧਿਆਪਕ ਹੋਣ ਜਾਂ ਫਿਰ ਕਮੇਟੀ ਮੁਲਾਜ਼ਮ ਹੋਣ, ਉਹਨਾਂ ਨੂੰ ਤਨਖਾਹਾਂ ਤੇ ਹੋਰ ਦੇਣਦਾਰੀਆਂ ਸਮੇਂ ਸਿਰ ਅਦਾ ਕਰਾਂਗੇ ਤੇ ਕਿਸੇ ਵੀ ਸਿਆਸੀ ਫਾਇਦੇ, ਨਿੱਜੀ ਫਾਇਦੇ ਜਾਂ ਸ਼ੋਹਰਤ ਖੱਟਣ ਦੀ ਲਾਲਸਾ ਨੂੰ ਅੱਗੇ ਆਉਣ ਨਹੀਂ ਦੇਵਾਂਗੇ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਦਿੱਲੀ ਦੀ ਸੰਗਤ ਜਾਂ ਸਿੱਖਾਂ ਦੇ ਅਕਸ ਨੂੰ ਨੁਕਸਾਨ ਪਹੁੰਚਦਾ ਹੋਵੇ। ਕੋਈ ਵੀ ਮੈਂਬਰ ਹੈ ਜਿਹੜਾ ਦਿੱਲੀ ਕਮੇਟੀ ਦਾ, ਉਹ ਸਕੂਲਾਂ ਕਾਲਜਾਂ ਵਿੱਚ ਕੋਈ ਵੀ ਬੇਲੋੜੀ ਦਖਲਅੰਦਾਜ਼ੀ ਨਹੀਂ ਕਰੇਗਾ। ਯਾਨੀ ਕਿ ਕਹਿ ਸਕਦੇ ਹਾਂ ਕਿ ਇਹ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਿਹੜੀ ਕਿ ਸਰਨਿਆਂ ਦੀ ਪਾਰਟੀ ਹੈ, ਉਹਨਾਂ ਦੇ ਵੱਲੋਂ ਸੰਗਤ ਦੇ ਸਾਹਮਣੇ ਦਿੱਤਾ ਗਿਆ ਇੱਕ ਚੋਣ ਮੈਨੀਫੈਸਟੋ ਹੈ ਕਿ ਜੇ ਅਸੀਂ ਜਿੱਤਦੇ ਹਾਂ, ਕਮੇਟੀ ਸਾਡੇ ਹੱਥ ਵਿੱਚ ਆਉਂਦੀ ਹੈ, ਤਾਂ ਅਸੀਂ ਤੁਹਾਡੇ ਨਾਲ ਇਹ ਵਾਅਦੇ ਕਰਦੇ ਹਾਂ ਕਿ ਅਜਿਹਾ ਅਸੀਂ ਕੋਈ ਕੰਮ ਨਹੀਂ ਕਰਾਂਗੇ। ਪਰ ਜੇ ਕਮੇਟੀ ਮੰਨ ਲਓ ਸਰਨਿਆਂ ਦੇ ਕੋਲ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਇਹਨਾਂ ਦੇ ਮੈਂਬਰ ਅਜਿਹਾ ਕੁਝ ਕਰਦੇ ਦਿਖਾਈ ਦਿੰਦੇ ਨੇ, ਤਾਂ ਬਹੁਤ ਹੀ ਸ਼ਰਮਨਾਕ ਹੋਵੇਗਾ ਅਤੇ ਬਹੁਤ ਹੀ ਬੇਵਿਸ਼ਵਾਸੀ ਵਾਲਾ ਕੰਮ ਹੋਏਗਾ, ਕਿਉਂਕਿ ਸਹੁੰ ਜਿਹੜੀ ਚੁੱਕੀ ਗਈ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਉਹਨਾਂ ਦੇ ਸਾਹਮਣੇ ਬਹਿ ਕੇ ਚੁੱਕੀ ਗਈ ਹੈ। ਬੈਂਕਾਂ ਨਾਲ ਜੁੜੀ ਅਹਿਮ ਖਬਰ ਹੈ ਕਿ ਅਪ੍ਰੈਲ ਮਹੀਨੇ ਵਿੱਚ ਬੈਂਕਾਂ ਦੀਆਂ ਲੰਬੀਆਂ ਛੁੱਟੀਆਂ ਹੋਣ ਵਾਲੀਆਂ ਨੇ। ਪੂਰਾ ਅੱਧਾ ਅਪ੍ਰੈਲ ਦਾ ਮਹੀਨਾ ਬੈਂਕ ਬੰਦ ਰਹਿਣਗੇ। ਪੂਰੇ 15 ਦਿਨਾਂ ਦੇ ਲਈ ਬੈਂਕ ਬੰਦ ਰਹਿਣਗੇ। 31 ਮਾਰਚ ਨੂੰ ਵਿੱਤੀ ਸਾਲ ਖਤਮ ਹੋਣ ਕਾਰਨ, ਸਾਲ ਦਾ ਆਖਰੀ ਦਿਨ ਹੋਣ ਕਾਰਨ ਗਾਹਕਾਂ ਨਾਲ ਸੰਬੰਧਿਤ ਕੰਮ 31 ਮਾਰਚ ਤੇ 1 ਅਪ੍ਰੈਲ ਨੂੰ ਹੋ ਨਹੀਂ ਸਕਣਗੇ। ਕਹਿ ਸਕਦੇ ਹਾਂ ਕਿ 30 ਮਾਰਚ ਹੀ ਬੈਂਕਾਂ ਦੇ ਵਿੱਚ ਕੰਮਕਾਜ ਦਾ ਆਖਰੀ ਦਿਨ ਸੀ। ਇਸ ਤੋਂ ਬਾਅਦ 15 ਦਿਨ ਬਾਅਦ ਜਾ ਕੇ ਬੈਂਕ ਖੁੱਲਣਗੇ। ਆਰਬੀਆਈ ਬੈਂਕ ਛੁੱਟੀਆਂ ਦੀ ਸੂਚੀ ਦੇ ਮੁਤਾਬਿਕ ਆਪਣੇ ਬੈਂਕਾਂ ਨਾਲ ਜੁੜੇ ਜਿਹੜੇ ਕੰਮ ਨੇ ਉਹ ਗਾਹਕਾਂ ਨੂੰ ਤੈਅ ਕਰਨੇ ਪੈਣਗੇ। ਹਾਲਾਂਕਿ ਸਾਰੇ ਸੂਬਿਆਂ ਦੇ ਵਿੱਚ 15 ਦਿਨਾਂ ਦੀ ਬੈਂਕਾਂ ਦੀ ਛੁੱਟੀ ਨਹੀਂ ਹੋਵੇਗੀ, ਕਿਉਂਕਿ ਕੁਝ ਤਿਉਹਾਰ ਸੂਬਿਆਂ ਦੇ ਪੂਰੇ ਦੇਸ਼ ਵਿੱਚ ਵੱਖਰੇ ਵੱਖਰੇ ਮਨਾਏ ਜਾਂਦੇ ਨੇ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਿਹੜੇ ਕਿਹੜੇ ਦਿਨ ਬੈਂਕ ਬੰਦ ਰਹਿਣਗੇ। 1 ਅਪ੍ਰੈਲ ਵੀਰਵਾਰ ਨੂੰ ਓਡੀਸ਼ਾ ਦਿਵਸ ਤੇ ਛੁੱਟੀ ਰਹੇਗੀ। 2 ਅਪ੍ਰੈਲ ਨੂੰ ਸ਼ੁੱਕਰਵਾਰ ਤੇ 4 ਨੂੰ ਈਸਟਰ ਦਾ ਤਿਉਹਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। 5 ਅਪ੍ਰੈਲ ਸੋਮਵਾਰ ਨੂੰ ਬਾਬੂ ਜਗਜੀਵਨ ਰਾਮ ਜਯੰਤੀ। ਮੰਗਲਵਾਰ ਨੂੰ 6 ਅਪ੍ਰੈਲ ਨੂੰ ਤਾਮਿਲਨਾਡੂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। 10 ਅਪ੍ਰੈਲ ਨੂੰ ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ ਤੇ ਐਤਵਾਰ ਨੂੰ ਛੁੱਟੀ ਹੁੰਦੀ ਹੈ। 13 ਅਪ੍ਰੈਲ ਮੰਗਲਵਾਰ ਨੂੰ ਉਗਾੜਿਊ ਤੇਲਗੂ ਨਵਾਂ ਸਾਲ ਹੈ। ਬੁਹਾਗ ਬਿਹੂ, ਗੁੜੀ ਪਦਵਾ, ਬੈਸ਼ਾਖ ਬੀਜੂ ਉਤਸਵ ਮਨਾਏ ਜਾਣ ਕਾਰਨ ਬੈਂਕ ਬੰਦ ਰਹਿਣਗੇ। 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਜਯੰਤੀ ਕਰਕੇ ਬੈਂਕ ਬੰਦ ਰਹਿਣਗੇ। 15 ਅਪ੍ਰੈਲ ਨੂੰ ਹਿਮਾਚਲ ਦਿਵਸ ਤੇ 16 ਅਪ੍ਰੈਲ ਨੂੰ ਬੁਹਾਗ ਬਿਹੂ ਹੋਣ ਕਾਰਨ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ। 18 ਅਪ੍ਰੈਲ ਨੂੰ ਐਤਵਾਰ ਹੈ। 21 ਅਪ੍ਰੈਲ ਨੂੰ ਰਾਮ ਨਵਮੀ, ਗੜੀ ਪੂਜਾ ਤੇ 24 ਅਪ੍ਰੈਲ ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕਾਂ ਦੇ ਕੰਮ ਠੱਪ ਰਹਿਣਗੇ। 25 ਅਪ੍ਰੈਲ ਨੂੰ ਐਤਵਾਰ ਤੇ ਮਹਾਵੀਰ ਜਯੰਤੀ ਦੀ ਛੁੱਟੀ ਹੈ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਤਰੀਕਾਂ ਤੇ ਬੈਂਕ ਬੰਦ ਰਹਿਣਗੇ ਤੇ ਪੂਰੇ 15 ਦਿਨ ਅਪ੍ਰੈਲ ਦੇ ਵਿੱਚ ਬੈਂਕਾਂ 'ਚ ਛੁੱਟੀਆਂ ਰਹਿਣਗੀਆਂ। ਸੰਗਰੂਰ ਜ਼ਿਲ੍ਹੇ ਦੇ ਵਿੱਚ 30 ਮਾਰਚ ਨੂੰ ਕਿਸਾਨ ਮਹਾ ਸੰਮੇਲਨ ਮਿੱਟੀ ਦੇ ਪੁੱਤ ਕਰਵਾਇਆ ਗਿਆ। ਇਸ ਸੰਮੇਲਨ ਦਾ ਮੁੱਖ ਮਕਸਦ ਸੀ ਜਿਹੜਾ ਉਹ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਨੌਜਵਾਨ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਸੀ 26 ਜਨਵਰੀ ਤੋਂ ਬਾਅਦ, ਟਰੈਕਟਰ ਪਰੇਡ ਤੋਂ ਬਾਅਦ, ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਇਸ ਸੰਮੇਲਨ ਦੇ ਵਿੱਚ। ਇਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਕਈ ਵੱਡੇ ਲੀਡਰ ਸ਼ਾਮਿਲ ਹੋਏ। ਕਿਸਾਨ ਅੰਦੋਲਨ ਦੌਰਾਨ ਜਿਹੜੀ 26 ਜਨਵਰੀ ਨੂੰ ਟਰੈਕਟਰ ਪਰੇਡ ਹੋਈ ਸੀ, ਉਸ ਦੇ ਪਹਿਲੇ ਨੌਜਵਾਨ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਵੀ ਸ਼ਾਮਿਲ ਹੋਏ। ਮਲੋਟ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਦੇ ਲਈ BKU ਸਿੱਧੂਪੁਰ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤੇ BKU ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਇਸ ਕਾਨਫਰੰਸ ਦੇ ਵਿੱਚ ਪਹੁੰਚੇ, ਇਸ ਮਹਾ ਸੰਮੇਲਨ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ, ਡੱਲੇਵਾਲ ਨੇ ਖਾਸ ਤੌਰ ਤੇ ਕਿਹਾ ਹੈ ਕਿ ਮਲੋਟ ਦੇ ਵਿੱਚ ਜੋ ਵੀ ਘਟਨਾ ਵਾਪਰੀ ਹੈ, ਹਾਲਾਂਕਿ ਕੁੱਟਣਾ ਠੀਕ ਨਹੀਂ ਹੈ ਵਿਧਾਇਕ ਨੂੰ, ਪਰ ਫਿਰ ਵੀ ਪੁਲਿਸ ਕਿਸਾਨਾਂ ਤੇ ਝੂਠੇ ਇਲਜ਼ਾਮ ਲਾ ਰਹੀ ਹੈ। ਜੇ ਜੇਲ੍ਹ ਜਾਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਜੇਲ੍ਹਾਂ ਦੇ ਵਿੱਚ ਵੀ ਜਾਵਾਂਗੇ। ਇਸ ਮੌਕੇ ਡੱਲੇਵਾਲਾ ਨੇ ਜਿਹੜਾ ਟਿੱਕਰੀ ਬਾਰਡਰ ਤੇ ਬਹਾਦਰਗੜ੍ਹ ਦੇ ਨੇੜੇ ਇੱਕ ਕਿਸਾਨ ਦਾ ਕਤਲ ਹੋਇਆ, ਹਾਲਾਂਕਿ ਉਸ ਦੀ ਜਾਂਚ ਹਾਲੇ ਤੱਕ ਮੁਕੰਮਲ ਨਹੀਂ ਕੀਤੀ ਪੁਲਿਸ ਨੇ, ਪਰ ਫਿਰ ਵੀ ਉਹਨਾਂ ਨੇ ਇਸ ਦੀ ਜਾਣਕਾਰੀ ਦਿੱਤੀ। ਡੱਲੇਵਾਲ ਨੇ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਇਹ ਕਤਲ ਕਰਵਾਇਆ ਗਿਆ ਹੋਵੇ ਤਾਂ ਜੋ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਡੱਲੇਵਾਲ ਨੇ ਕਿਹਾ ਕਿ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਵਿੱਚ ਬਾਹਰਲੇ ਸੂਬਿਆਂ ਦੀ ਲੀਡਰਸ਼ਿਪ ਵੀ ਸ਼ਾਮਿਲ ਹੈ, ਇਸ ਲਈ ਉਹਨਾਂ ਨੂੰ ਬੁਲਾ ਕੇ ਅਸੀਂ ਛੇਤੀ ਹੀ ਮੀਟਿੰਗ ਕਰਾਂਗੇ। ਤੇ ਲੱਖਾ ਸਿਧਾਣਾ ਬਾਰੇ ਖਾਸ ਤੌਰ ਤੇ ਡੱਲੇਵਾਲਾ ਨੇ ਬਿਆਨ ਦਿੱਤਾ, ਕਿਹਾ ਕਿ ਤੁਸੀਂ ਇਹ ਨਾ ਸੋਚਿਓ ਕਿ ਲੱਖਾ ਸਿਧਾਣਾ ਨਾਲ ਸਾਡੀ ਕੋਈ ਦੂਰੀ ਹੈ, ਲੱਖਾ ਸਿਧਾਣਾ ਸਾਡਾ ਆਪਣਾ ਹੀ ਹੈ।
ਮਹਿਰਾਜ ਵਿੱਚ ਜਿਹੜੀ ਰੈਲੀ ਹੋਈ ਉਹਦੇ ਵਿੱਚ ਲੱਖਾ ਸਿਧਾਣਾ ਨੇ ਕਿਸੇ ਵੀ ਕਿਸਾਨ ਲੀਡਰ ਦੇ ਖਿਲਾਫ ਬੋਲਣ ਦੀ ਬਜਾਏ ਕਿਸਾਨੀ ਅੰਦੋਲਨ ਨੂੰ ਜਿੱਤਣ ਦੀ ਗੱਲ ਕੀਤੀ ਤੇ ਫਿਰ ਅਸੀਂ ਸਾਰੇ ਉਸ ਦੇ ਸੁਨੇਹੇ ਨੂੰ ਕਿਉਂ ਨਾ ਸਮਝੀਏ। ਅਸੀਂ ਪਹਿਲਾਂ ਮੋਰਚੇ ਨੂੰ ਪਹਿਲ ਦਈਏ, ਮੋਰਚੇ ਨੂੰ ਜਿੱਤ ਲਈਏ ਕਿਉਂਕਿ ਸਾਡਾ ਦੁਸ਼ਮਣ ਤਕੜਾ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਪੱਗਾਂ ਵਾਲੇ ਪੰਜਾਬ ਦੇ ਵਿੱਚ ਆਪਸ ਵਿੱਚ ਹੀ ਉਲਝੇ ਰਹਿਣ। ਇਸ ਲਈ ਅੰਦੋਲਨ ਦੀ ਸਰਦਾਰੀ ਤੁਹਾਡੇ ਹੱਥ ਹੈ, ਅਸੀਂ ਜਿੱਤਣਾ ਹੈ। ਸੋ ਹੁਣ ਕਈ ਵਾਰੀ ਕਿਸਾਨ ਲੀਡਰਾਂ ਦੇ ਵੱਲੋਂ ਲੱਖਾ ਸਿਧਾਣਾ ਦੇ ਬਾਰੇ ਆਪਣੀ ਜਿਹੜੀ ਸੋਚ ਹੈ ਉਹ ਸਪਸ਼ਟ ਕਰ ਦਿੱਤੀ ਗਈ ਹੈ। ਲੱਖਾ ਸਿਧਾਣਾ ਹੁਣ ਮੋਰਚੇ ਵਿੱਚ ਕਦੋਂ ਪਹੁੰਚਦਾ ਇਹ ਵੀ ਹੁਣ ਕਾਫੀ ਦੇਖਣ ਵਾਲੀ ਗੱਲ ਹੈ ਜਿਹੜੀ ਉਹ ਹੈਗੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਬੀਜੇਪੀ ਲੀਡਰ ਸੁਰਜੀਤ ਕੁਮਾਰ ਜਾਣੀ ਦੇ ਉਸ ਸਵਾਲ ਦਾ ਜਵਾਬ ਵੀ ਦਿੱਤਾ ਹੈ ਜਿਸ ਦੇ ਵਿੱਚ ਉਹਨੇ ਕਿਹਾ ਸੀ ਕਿ ਕਾਨੂੰਨ 'ਚ ਕਾਲਾ ਕੀ ਹੈ। ਡੱਲੇਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕਾਨੂੰਨ ਬਣਾਉਣ ਵਾਲੇ ਦੀ ਨੀਅਤ ਅਤੇ ਨੀਤੀ ਹੀ ਕਾਲੀ ਹੈ। ਕਾਨੂੰਨਾਂ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸਾਨਾਂ ਦਾ ਪੈਸੇ ਦੇ ਲੈਣ ਦੇਣ 'ਚ ਕੋਈ ਝਗੜਾ ਹੋ ਜਾਵੇ ਤਾਂ ਉਹ ਕੋਰਟ ਨਹੀਂ ਜਾ ਸਕਦਾ। ਜਿਸ ਕਿਸਾਨ ਦਾ ਅਦਾਲਤ ਜਾਣ ਦਾ ਅਧਿਕਾਰ ਹੀ ਖੋਹ ਲਿਆ ਜਾਵੇ ਤਾਂ ਕੀ ਕਿਸਾਨ ਇਹਨਾਂ ਕਾਨੂੰਨਾਂ ਤੋਂ ਖੁਸ਼ ਹੋ ਸਕਦਾ? ਇਸ ਕਰਕੇ ਸਾਰਾ ਕੁਝ ਹੀ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਹੈ। ਸੋ ਇਸ ਮੌਕੇ ਹਰਦੀਪ ਸਿੰਘ ਡਿਬਡਬਾ ਪਹੁੰਚੇ ਸੀ। ਉਹਨਾਂ ਨੇ ਸਾਰਿਆਂ ਦਾ, ਨੌਜਵਾਨਾਂ ਦਾ, ਕਿਸਾਨ ਲੀਡਰਾਂ ਦਾ ਵੀ ਧੰਨਵਾਦ ਕੀਤਾ ਹੈ ਜਿਹੜੇ ਏਕਤਾ ਦੇ ਨਾਲ ਥੋੜੀ ਜਿਹੀ ਖੜੋਤ ਕਹਿੰਦੇ 26 ਜਨਵਰੀ ਤੋਂ ਬਾਅਦ ਆਈ ਸੀ। ਫਿਰ ਇਕਜੁੱਟਤਾ ਦੇ ਨਾਲ ਇਹ ਮੋਰਚਾ ਜਿਹੜਾ ਅੱਗੇ ਚੱਲ ਰਿਹਾ ਹੈ ਤੇ ਇਹ ਵੀ ਕਿਹਾ ਹੈ ਕਿ ਵਾਢੀ ਦੇ ਮੌਸਮ ਵਿੱਚ ਵੀ ਕਿਸਾਨੀ ਅੰਦੋਲਨ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਬਰਕਰਾਰ ਰੱਖਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੂੰ ਪਿਛਲੇ ਦਿਨੀ ਕਨ੍ਹਈਆ ਕੁਮਾਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਵੱਡੇ ਝੂਠੇ ਨੇ। ਸੋ ਉਹਨਾਂ ਦੇ ਬਿਆਨ ਨੇ ਜਿਹੜੇ ਇਸ ਦਰਮਿਆਨ ਆਉਂਦੇ ਨੇ ਕਿਸਾਨਾਂ ਨੂੰ ਲੈ ਕੇ ਉਹ ਸੱਚਮੁੱਚ ਕਿਸਾਨਾਂ ਨੂੰ ਜ਼ਰੂਰ ਹਾਸੋਹੀਣੇ ਲੱਗਦੇ ਹੋਣਗੇ। ਉਹਨਾਂ ਨੇ ਕਿਹਾ ਕਿ ਸਾਡੀ ਪਹਿਲ ਹੈ ਜਿਹੜੀ ਉਹ ਛੋਟੇ ਕਿਸਾਨਾਂ ਨੂੰ ਮਜ਼ਬੂਤ ਕਰਨਾ ਹੈ। ਪਰ ਜੇ ਤੁਸੀਂ ਮੋਰਚਿਆਂ ਦੇ ਵਿੱਚ ਡਟੇ ਕਿਸਾਨਾਂ ਨੂੰ ਦੇਖ ਲਓ ਤਾਂ ਹੈਗੇ ਛੋਟੇ ਕਿਸਾਨ ਨੇ। ਉਹ ਕਹਿੰਦੇ ਨੇ ਸਭ ਤੋਂ ਵੱਧ ਨੁਕਸਾਨ ਹੀ ਸਾਨੂੰ ਹੋਣਾ ਹੈ। ਮੋਦੀ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਉਤਪਾਦਨ ਨਾਲ ਜੁੜੀ ਯੋਜਨਾ PLI ਅਸੀਂ ਲਿਆਂਦੀ ਸੀ। ਤਾਮਿਲਨਾਡੂ ਦੇ ਵਿੱਚ ਡਿਫੈਂਸ ਕੋਰੀਡੋਰ ਦਾ ਨਿਰਮਾਣ ਇੱਥੋਂ ਦੇ ਲੋਕਾਂ ਦੇ ਲਈ ਕਈ ਫਾਇਦੇ ਲੈ ਕੇ ਆਏਗਾ ਤੇ ਸਾਡਾ ਜਿਹੜਾ ਮਕਸਦ ਹੈ ਕਿਸਾਨਾਂ ਦਾ ਹਿੱਤ, ਵਪਾਰੀਆਂ ਦਾ ਹਿੱਤ ਤੇ ਜਨਤਾ ਦਾ ਹਿੱਤ, ਇਹੀ ਸਾਡਾ ਮਕਸਦ ਹੈ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ ਪਹੁੰਚੇ ਹੋਏ ਸੀ। ਇੱਥੇ ਉਹਨਾਂ ਨੇ ਇੱਕ ਹੋਰ ਵੀ ਬਿਆਨ ਦਿੱਤਾ ਹੈ। ਕਹਿੰਦੇ ਔਰਤਾਂ ਦਾ ਅਪਮਾਨ ਕਰਨਾ ਕਾਂਗਰਸ ਅਤੇ DMK ਦੀ ਸੰਸਕ੍ਰਿਤੀ ਹੈ। ਮੋਦੀ ਨੇ ਕਿਹਾ ਕਿ ਮੈਂ ਉਸ ਜ਼ਮੀਨ ਤੋਂ ਹਾਂ ਜਿੱਥੋਂ ਦੇ ਪੁੱਤਰ ਅਤੇ ਧੀਆਂ ਨੇ ਆਪਣੇ ਆਦਰਸ਼ਾਂ ਦੇ ਨਾਲ ਕਦੇ ਸਮਝੌਤਾ ਨਹੀਂ ਕੀਤਾ ਤੇ ਅਨਿਆਂ ਦੇ ਖਿਲਾਫ ਹਮੇਸ਼ਾ ਲੜੇ। ਇੱਥੋਂ ਮੈਂ ਕਾਂਗਰਸ ਅਤੇ DMK ਨੂੰ ਦੱਸਣਾ ਚਾਹੁੰਦਾ ਕਿ ਆਪਣੀ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਕੰਟਰੋਲ ਵਿੱਚ ਰੱਖੋ। ਪ੍ਰਧਾਨ ਮੰਤਰੀ ਨੇ DMK ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਔਰਤਾਂ ਦਾ ਅਪਮਾਨ ਕਰਨਾ ਦੋਵੇਂ ਪਾਰਟੀਆਂ ਦੀ ਸੰਸਕ੍ਰਿਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀ DMK ਦੇ ਜਿਹੜੇ MLA ਹੈਗੇ ਨੇ ਡਿੰਡੀਗੁਲ ਲਿਓਨੀ, ਉਹਨਾਂ ਨੇ ਔਰਤਾਂ ਤੇ ਬਹੁਤ ਹੀ ਅਪਮਾਨਜਨਕ ਟਿੱਪਣੀ ਕੀਤੀ ਪਰ DMK ਨੇ ਕੁਝ ਵੀ ਨਹੀਂ ਕੀਤਾ। ਅਗਲੀ ਖਬਰ ਯੂਪੀ ਦੇ ਆਗਰਾ ਤੋਂ ਹੈ। ਅਸੀਂ ਆਮ ਤੌਰ ਤੇ ਸੁਣਦੇ ਰਹਿੰਦੇ ਹਾਂ ਕਿ ਲੜਕੀਆਂ ਹੈਗੀਆਂ ਨੇ, ਜਿਹੜੀਆਂ ਕੁੜੀਆਂ ਹੈਗੀਆਂ ਨੇ, ਉਹ ਮੁੰਡਿਆਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਂਦੀਆਂ ਨੇ ਜਾਂ ਇਹੋ ਜਿਹੇ ਕਦਮ ਚੁੱਕ ਲੈਂਦੀਆਂ ਨੇ। ਪਰ ਆਗਰਾ ਤੋਂ ਜਿਹੜੀ ਖਬਰ ਆਈ ਹੈ ਉਹ ਹੈ ਕਿ ਕੁੜੀਆਂ ਦੀ ਧਮਕੀ ਤੋਂ ਪਰੇਸ਼ਾਨ ਹੋ ਕੇ ਇੱਕ ਨੌਜਵਾਨ ਨੇ ਫੇਸਬੁੱਕ ਤੇ ਖੁਦਕੁਸ਼ੀ ਨੂੰ ਲੈ ਕੇ ਇੱਕ ਪੋਸਟ ਕੀਤੀ ਹੈ। ਜਾਣਕਾਰੀ ਹੋਣ ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈ ਹੁਣ ਉਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਨੌਜਵਾਨ ਕੌਣ ਹੈ, ਕਿਉਂਕਿ ਇਸ ਨੌਜਵਾਨ ਨੇ ਆਪਣਾ ਜਿਹੜਾ ਐਡਰੈਸ ਵਗੈਰਾ ਉਹ ਕੁਝ ਵੀ ਨਹੀਂ ਦਿੱਤਾ ਹੋਇਆ। ਪੋਸਟ ਦੇ ਵਿੱਚ ਉਸਨੇ ਲੜਕੀਆਂ ਤੇ ਔਰਤਾਂ ਦੇ ਨਾਂ ਵੀ ਦੱਸੇ ਹੋਏ ਨੇ ਤੇ ਪੋਸਟ ਵਿੱਚ ਕੁਝ ਲੜਕੀਆਂ ਅਤੇ ਔਰਤਾਂ ਨੂੰ ਖੁਦਕੁਸ਼ੀ ਲਈ ਜ਼ਿੰਮੇਦਾਰ ਦੱਸਿਆ। ਨੌਜਵਾਨ ਨੇ ਇਹ ਪੋਸਟ ਫੇਸਬੁੱਕ ਤੇ ਅੱਜ ਸਵੇਰੇ ਹੀ ਪਾਈ ਹੈ। ਲਿਖਿਆ ਕਿ ਗੁਆਂਢ ਵਿੱਚ ਰਹਿਣ ਵਾਲੀਆਂ 2 ਲੜਕੀਆਂ ਤੋਂ ਬਹੁਤ ਦੁਖੀ ਹੋ ਚੁੱਕੀਆਂ। ਮੈਨੂੰ ਤੇ ਮੇਰੀ ਮਾਂ ਨੂੰ ਇਹ ਕੁੜੀਆਂ ਬਹੁਤ ਪਰੇਸ਼ਾਨ ਕਰ ਰਹੀਆਂ ਨੇ, ਮੇਰੇ ਖਿਲਾਫ ਝੂਠੇ ਕੇਸ ਕਰਦੀਆਂ ਨੇ, ਲਗਭਗ 1 ਸਾਲ ਤੋਂ ਪਿੱਛੇ ਪਈਆਂ ਹੋਈਆਂ ਨੇ। ਕਦੇ ਇਹ ਛੇੜਛਾੜ ਦਾ ਇਲਜ਼ਾਮ ਲਾਉਂਦੀਆਂ ਨੇ ਤੇ ਕਦੇ ਬਲਾਤਕਾਰ ਕੀਤੇ ਜਾਣ ਦਾ, ਦੁਸ਼ਕਰਮ ਕੀਤੇ ਜਾਣ ਦਾ। ਮੈਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨਹੀਂ ਮੰਨੀ। ਸੋ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨੌਜਵਾਨ ਆਖਿਰਕਾਰ ਹੈ ਕੌਣ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਹੋ। ਧੰਨਵਾਦ।